स्वामी जी राधा स्वामी। हाँ जी बेटे करो शुरू। सार बचन बाणी हजूर स्वामी जी महाराज महिमा सतगुर की। बचन 8वां शब्द 10वां। प्रेमी सोनो प्रेम की बात। प्रेमी सोनो प्रेम की बात। सेवा करो प्रेम से गुर की। और दर्शन पर बल बल जात। राधा स्वामी। ये बाणी परम पुरुष पूਰਨ दयाल स्वामी जी महाराज जी की। ਪਹਿਲਾਂ ਵੀ ਅਸੀਂ ਕਈ ਵਾਰੀ ਇਹ ਵਚਨ ਸੁਣਿਆ ਹੈ, ਪਹਿਲਾਂ ਵੀ ਇਹਦੇ ਉੱਤੇ satsang ਕਈ ਵਾਰ ਹੋ ਚੁੱਕਿਆ ਹੈ। ਲੇਕਿਨ ਜਦੋਂ ਜਦੋਂ ਉਹਨਾਂ ਦੀ ਮੌਜ ਹੁੰਦੀ ਹੈ, ਜਿਸ ਤਰ੍ਹਾਂ ਸਾਨੂੰ ਡਾਕਟਰ ਦੇ ਪਾਸ ਅਸੀਂ ਜਾਂਦੇ ਹਾਂ, ਡਾਕਟਰ ਸਾਡੀ ਨਬਜ਼ ਦੇਖ ਕੇ ਸਾਨੂੰ ਦਵਾਈ ਦੱਸਦਾ ਹੈ, ਸਾਡੇ ਚਿਹਰੇ ਵੱਲ ਦੇਖ ਕੇ, ਅੱਖਾਂ ਵੱਲ ਦੇਖ ਕੇ ਕਿ ਕਿਹੜੀ ਚੀਜ਼ ਦੀ ਘਾਟ ਹੈ, ਉਹ ਚੀਜ਼ਾਂ ਜਿਹੜੀਆਂ ਸਾਨੂੰ ਲਿਖ ਦਿੰਦਾ ਹੈ ਕਿ ਇਹ ਚੀਜ਼ਾਂ ਲਵੋ ਤੁਸੀਂ, ਚਾਹੇ ਕਿਸੇ ਵਿਟਾਮਿਨ ਦੀ ਹੈ, ਚਾਹੇ ਕਿਸੇ ਮਿਨਰਲ ਦੀ ਹੈ, ਉਸ ਹਿਸਾਬ ਨਾਲ ਹੈ। ਅੱਜ ਦੇ ਜੀਵਨ ਦੇ ਵਿੱਚ ਇਨਸਾਨ ਨੇ ਬਹੁਤ ਤਰੱਕੀ ਕੀਤੀ ਹੈ, ਸੰਸਾਰ ਬਹੁਤ ਤਰੱਕੀ ਕਰ ਰਿਹਾ ਹੈ। ਇੱਥੇ ਤਾਂ ਛੱਡੇ ਜ਼ਮੀਨ 'ਤੇ ਛੱਡ ਕੇ ਲੋਕੀ ਚੰਦਰਮਾ ਤੱਕ ਵੀ ਪਹੁੰਚ ਗਏ ਨੇ। ਪਰ ਜਿਹੜੀ ਅਸਲੀ ਚੀਜ਼ ਸੀ, ਜਿਹੜੀ ਕਈ ਵਾਰੀ ਦੱਸਿਆ ਕਿ ਸਾਡੀ ਜਿਸ ਤਰ੍ਹਾਂ ਸਰੀਰ ਦੇ ਵਿੱਚ ਇੱਕ ਰੀੜ੍ਹ ਦੀ ਹੱਡੀ ਹੈ, ਹੱਥ ਪੈਰ ਸਭ ਕੁਛ ਜਿਹੜਾ ਹੈ ਉਹਦੇ ਨਾਲ ਅਟੈਚ ਹੈ। ਔਰ ਜਦੋਂ ਕਦੀ ਕੋਈ ਕਿਸੇ ਵੀ ਵਜ੍ਹਾ ਨਾਲ ਜੇ ਰੀੜ੍ਹ ਦੀ ਹੱਡੀ ਦੇ ਵਿੱਚ ਕੋਈ ਡਿਫੈਕਟ ਆ ਜਾਂਦਾ ਹੈ, ਟੁੱਟ ਜਾਂਦੀ ਹੈ ਕਿਸੇ ਤਰ੍ਹਾਂ ਵੀ, ਕੁਛ ਇਸ ਤਰ੍ਹਾਂ ਦਾ, ਅਤੇ ਉਸ ਵੇਲੇ ਸਾਡਾ ਸਰੀਰ ਨੂੰ ਕਹਿੰਦੇ ਆ ਕਿ ਜਿਸ ਤਰ੍ਹਾਂ ਇੱਕ ਪੈਰਾਲਾਈਜ਼ ਹੋ ਜਾਂਦਾ ਹੈ, ਬਾਕੀ ਬੋਡੀ ਵੀ ਜਿਹੜੀ ਕੰਮ ਕਰਨਾ ਛੱਡ ਦਿੰਦੀ ਹੈ। ਇਸੇ ਤਰ੍ਹਾਂ ਹੀ ਸਾਡੇ ਇਸ ਮਾਰਗ ਦੇ ਉੱਤੇ ਜਿਸ 'ਤੇ ਅਸੀਂ ਚੱਲ ਰਹੇ ਹਾਂ, ਚਾਹੇ ਕਿਸੇ ਵੀ ਕੋਈ ਕਿਸੇ ਨੂੰ ਵੀ ਮੰਨ ਰਿਹਾ, ਕਿਤੇ ਵੀ ਜਾ ਰਿਹਾ ਹੈ, ਅੱਗੇ ਕਈ ਵਾਰੀ ਦੱਸਿਆ ਕਿ ਭਗਵਾਨ ਕਹਿ ਲਈਏ, ਵਾਹਿਗੁਰੂ ਕਹਿ ਦਈਏ, ਗੌਡ ਕਹਿ ਦਈਏ, ਅੱਲਾ ਕਹਿ ਦਈਏ, ਕੋਈ ਫਰਕ ਨਹੀਂ ਹੈ, ਤਾਂ ਇੱਕ ਹੀ ਹੈ। ਲੇਕਿਨ ਕਿਸੇ ਵੀ ਰਸਤੇ ਦੇ ਉੱਤੇ ਚੱਲ ਕੇ ਦੇਖੀਏ, ਉਹਨਾਂ ਨੇ ਸਾਨੂੰ ਕੀ ਦੱਸਿਆ ਹੈ ਕਿ ਜਦੋਂ ਤੱਕ ਇਨਸਾਨ ਨਹੀਂ ਬਣੇਗਾ, ਇਨਸਾਨ ਨੂੰ ਇਨਸਾਨ ਕਿਉਂ ਕਿਹਾ? ਕਿਉਂਕਿ ਕਈ ਵਾਰੀ ਦੱਸਿਆ ਕਿ ਜਦੋਂ ਇਨਸਾਨੀਅਤ ਤੋਂ ਅਸੀਂ ਥੱਲੇ ਕਈ ਵਾਰੀ ਆ ਜਾਂਦੇ ਹਾਂ, ਅਤੇ ਤਾਂ ਸਾਨੂੰ ਕਿਹਾ ਜਾਂਦਾ ਹੈ ਕਿ ਪਹਿਲਾਂ ਇਨਸਾਨ ਬਣੀਏ। ਪਰਮਾਤਮਾ ਦੀ ਕੋਈ ਚੀਜ਼ ਵੀ ਅਧੂਰੀ ਨਹੀਂ ਹੈ, ਇਨਸਾਨ ਵੀ ਪੂਰਾ ਹੈ। ਇਨਸਾਨ ਤੋਂ ਉੱਪਰ ਜਿਹੜੀ ਤਰੱਕੀ ਕਰਨੀ ਹੈ, ਜਿਹੜੀ ਅਸੀਂ ਉੱਪਰ ਪਹੁੰਚਣਾ ਹੈ, ਉਸ ਨਾਲ ਮਿਲਣਾ ਹੈ ਪਰਮਾਤਮਾ ਨਾਲ, ਉਹ ਕੋਈ ਜ਼ਿਆਦਾ ਦੂਰੀ ਨਹੀਂ ਹੈ। ਇਨਸਾਨ ਤੋਂ ਥੱਲੇ ਜਿਸ ਤਰ੍ਹਾਂ ਇਹ ਕੀੜੇ ਮਕੌੜੇ, ਪਸ਼ੂ ਜਾਨਵਰ, ਜਿੰਨੇ ਵੀ ਪਸ਼ੂ ਪੰਛੀ ਦੇ ਅਸੀਂ ਦੇਖਦੇ ਹਾਂ, ਇਹਨਾਂ ਦਾ ਸਫ਼ਰ ਬਹੁਤ ਲੰਬਾ ਹੈ। ਮੈਂ ਕਿਹਾ ਕਿ ਪੌੜੀ ਦਾ ਆਖਰੀ ਡੰਡਾ ਹੈ ਇਹ ਵਾਲਾ ਜਿਹੜਾ ਇਨਸਾਨ ਦਾ ਝੋਲਾ ਹੈ। ਮੈਂ ਕਿਹਾ ਕਿ ਦੁਰਲਭ ਦੇ ਪਾਈ ਵਡਭਾਗੀ, ਬੜੀ ਦੁਰਲਭ ਦੇ ਹੈ, ਬੜੀ ਸਾਨੂੰ ਮੁਸ਼ਕਲ ਦੇ ਨਾਲ ਇਹ ਜਿਹੜਾ ਮਨੁੱਖ ਝੋਲਾ ਮਿਲਿਆ ਹੈ। ਪਰ ਜਦੋਂ ਅਸੀਂ ਇਹਦੀ ਅਹਿਮੀਅਤ ਨਹੀਂ ਸਮਝਦੇ, ਇਹਦਾ ਭੁੱਲ ਜਾਂਦੇ ਹਾਂ ਕਿ ਕਾਹਦੇ ਵਾਸਤੇ ਸਾਨੂੰ ਮਿਲੀ ਹੈ, ਸਿਰਫ ਖਾਣ ਪੀਣ ਦਾ ਸਾਧਨ ਸਮਝ ਲੈਂਦੇ ਹਾਂ, ਜਾਂ ਬਾਹਰਲੇ ਵਿਸ਼ੇ ਵਿਕਾਰ ਭੋਗਣ ਦਾ ਸਾਧਨ ਸਮਝ ਲੈਂਦੇ ਹਾਂ, ਅਤੇ ਫਿਰ ਸਾਡਾ ਇਹ ਜਿਹੜਾ ਸਮਾਂ ਜਿਹੜਾ ਬਰਬਾਦ ਚੱਲ ਜਾਂਦਾ ਹੈ। ਕਿਹਾ ਕਿ 1,84 ਯੋਨ ਸਵਾਈ ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਸੇ ਜੋ ਨਰ ਚੁੱਕੇ ਆਏ ਜਾਏ ਦੁੱਖ ਪਾਏ ਦਾ। ਕਿ ਇਸ ਪੌੜੀ ਤੋਂ ਜਿਹੜਾ ਕਹਿੰਦੇ ਕਿ ਜਿਹੜਾ ਡਿੱਗ ਪਿਆ, ਇੱਥੋਂ ਪੈਰ ਫਿਸਲਿਆ, ਉਹ ਕਹਿੰਦੇ ਕਿ ਫਿਰ 84 'ਚ ਪੈ ਜਾਂਦਾ ਹੈ। ਇਸ ਕਰਕੇ ਉਹਨਾਂ ਨੇ ਸਾਨੂੰ ਯਾਦ ਕਰਵਾ ਰਹੇ ਨੇ। ਵਚਨ ਦੇਖੋ ਕਿੰਨਾ ਪਿਆਰਾ ਹੈ, ਫਰਮਾ ਰਹੇ ਨੇ, ਪ੍ਰੇਮੀ ਸੁਣੋ ਪ੍ਰੇਮ ਕੀ ਬਾਤ। ਪ੍ਰੇਮੀ ਵੀ ਕਹਿ ਰਹੇ ਨੇ ਅਤੇ ਪ੍ਰੇਮ ਦੀ ਗੱਲ ਵੀ ਦੱਸ ਰਹੇ ਨੇ ਕਿ ਪ੍ਰੇਮ ਕਹਿੰਦੇ ਕਿਹਨੂੰ। ਕਿਉਂਕਿ ਜਦੋਂ ਅਸੀਂ ਭੁੱਲ ਜਾਂਦੇ ਹਾਂ ਕਈ ਵਾਰੀ ਕਿਸੇ ਚੀਜ਼ ਨੂੰ, ਤਾਂ ਉਹ ਸਾਨੂੰ ਯਾਦ ਕਰਾਉਂਦੇ ਨੇ ਕਿ ਜਿਹੜੀ ਚੀਜ਼ ਨੂੰ ਅਸੀਂ ਬਾਹਰੋਂ ਤਾਂ ਅਸੀਂ, ਸਾਡੀ ਵੇਸ਼ ਭੂਸ਼ਾ ਤਾਂ ਸਾਰੀ ਉਹੀ ਹੁੰਦੀ ਹੈ,
ਲੇਕਿਨ ਜਿਹੜੀ ਅੰਦਰ ਚੀਜ਼ ਚਾਹੀਦੀ ਸੀ, ਜਿਸ ਤਰ੍ਹਾਂ ਮੈਂ ਕਿਹਾ ਕਿ ਧਰਮ ਕੋਈ ਵੀ ਨਹੀਂ ਕਹਿੰਦੇ ਵਜ੍ਹਾ ਵਹ ਨਹੀਂ ਸਿਖਾਤਾ ਆਪਸ ਮੇਂ बैर ਰੱਖਣਾ। ਕੋਈ ਵੀ ਧਰਮ ਨਹੀਂ ਸਿਖਾਉਂਦਾ ਕਿ ਵੈਰ ਰੱਖੋ, ਆਪਣੇ ਮਨ 'ਚ ਕੋਈ ਈਰਸ਼ਾ ਰੱਖੋ ਜਾਂ ਕੁਛ ਵੀ ਹੈ। ਪਰ ਅੱਜ ਹਰ ਇੱਕ ਥਾਂ ਦੇ ਵਿੱਚ ਕੁਛ ਨਾ ਕੁਛ ਜਿਹੜਾ ਆ ਮਿਕਸ ਹੋ ਚੁੱਕਿਆ। ਸਾਡੇ ਅੰਦਰੋਂ ਉਹ ਜਿਹੜੀ ਇਨਸਾਨੀਅਤ ਜਾਂ ਜਿਹੜੀ ਭਾਵਨਾ ਜਾਂ ਪ੍ਰੇਮ ਦੀ ਭਾਵਨਾ ਜਿਹੜੀ ਸੀ ਉਹ ਖਤਮ ਹੁੰਦੀ ਜਾ ਰਹੀ ਹੈ। ਇਹਦੇ ਕਰਕੇ ਜਦੋਂ ਵੀ ਸੰਤ ਮਹਾਤਮਾ ਆਉਂਦੇ ਨੇ ਟਾਈਮ ਦੇ ਉੱਤੇ, ਉਹ ਸਾਨੂੰ ਆਣ ਕੇ ਇੱਕ ਯਾਦ ਦਿਵਾਉਂਦੇ ਨੇ ਕਿ ਬਈ ਆਹ ਜਿਹੜੀ ਚੀਜ਼ ਹੈ, ਬਾਕੀ ਤਾਂ ਸਾਰੀਆਂ ਚੀਜ਼ਾਂ ਅਸੀਂ ਸੇਵਾ ਵੀ ਕਰਦੇ ਹਾਂ, ਸਿਮਰਨ ਵੀ ਕਰਦੇ ਹਾਂ, ਨਾਮ ਵੀ ਲੈਂਦੇ ਹਾਂ, ਬਾਕੀ ਸਾਰੇ ਕੰਮਾਂ 'ਚ ਹਿੱਸਾ ਪਾਉਂਦੇ ਹਾਂ। ਪਰ ਉਹਨਾਂ ਨੇ ਅੱਜ ਸਾਨੂੰ ਜਿਹੜੀ ਬਚਨ ਦੇ ਵਿੱਚ ਜਿਹੜੀ ਜਾਚ ਦੱਸੀ ਕਿ ਪ੍ਰੇਮ ਕਹਿੰਦੇ ਕਿਹਨੂੰ। ਕਿਉਂਕਿ ਕਈ ਵਾਰੀ ਦੱਸਿਆ ਹੈ ਕਿ ਸਿਮਰਨ ਜਿਹੜਾ ਅਸੀਂ ਕਰਦੇ ਹਾਂ, ਜੇ ਪ੍ਰੇਮ ਨਹੀਂ ਹੈਗਾ ਤਾਂ ਸਿਮਰਨ ਨਹੀਂ ਹੈਗਾ। ਜੇ ਸੇਵਾ ਕਰ ਰਹੇ ਹਾਂ, ਪ੍ਰੇਮ ਨਹੀਂ ਹੈਗਾ ਤਾਂ ਸੇਵਾ ਨਹੀਂ ਹੈਗੀ। ਦਰਸ਼ਨ ਕਰ ਰਹੇ ਹਾਂ, ਦਰਸ਼ਨ ਕਰਨ ਦੇ ਅੰਦਰ ਸਾਡੇ ਭਾਵਨਾ ਨਹੀਂ ਹੈਗੀ ਤੇ ਉਹ ਦਰਸ਼ਨ ਨਹੀਂ ਹੈਗੇ। ਹੁਣ ਉਸ ਪ੍ਰੇਮ ਨੂੰ ਦੁਨੀਆਦਾਰੀ ਦੇ ਲਫ਼ਜ਼ਾਂ ਦੇ ਮੁਤਾਬਕ ਵੀ ਜੇ ਸਮਝਣਾ ਹੋਵੇ ਤਾਂ ਬੜਾ ਔਖਾ। ਕਿਉਂਕਿ ਜਿਹੜਾ ਪ੍ਰੇਮ ਕਈ ਵਾਰੀ ਕਹਿ ਦਿੰਦੇ ਨੇ ਨਹੀਂ ਇਹ ਤਾਂ ਸਾਡੇ ਨਾਲ ਜੀ ਝੂਠਾ ਪ੍ਰੇਮ ਕਰਦਾ ਹੈ, ਇਹ ਸੱਚਾ ਪ੍ਰੇਮ ਕਰਦਾ ਹੈ। ਅਸਲ ਦੇ ਵਿੱਚ ਪ੍ਰੇਮ ਜਿਹੜਾ ਆ ਉਹ ਨਾ ਝੂਠਾ ਹੁੰਦਾ ਹੈ ਨਾ ਸੱਚਾ। ਪ੍ਰੇਮ ਹੀ ਹੁੰਦਾ ਹੈ। ਪ੍ਰੇਮ ਨੂੰ ਝੂਠਾ ਨਹੀਂ ਅਸੀਂ ਕਹਿ, ਝੂਠਾ ਮਤਲਬ ਹੋਇਆ ਨਹੀਂ, ਵੱਖਰੀ ਗੱਲ ਹੈ। ਹੁਣ ਕਿਸੇ ਨੂੰ ਸਮਝਾਉਣਾ ਹੋਵੇ ਜਦੋਂ ਇਹਦੇ ਬਾਬਤ ਤੇ ਅਸੀਂ ਕਿਸ ਤਰ੍ਹਾਂ ਸਮਝਾ ਸਕਦੇ ਹਾਂ। ਜਿਸ ਤਰ੍ਹਾਂ ਹੁਣ ਇੱਕ ਬੱਚਾ ਹੈ ਕੋਈ, ਜਾਂ ਕੋਈ ਵੀ ਇੱਕ ਬੰਦਾ ਦੂਸਰੇ ਬੰਦੇ ਨੂੰ ਪੁੱਛਦਾ ਹੈ ਕਿ ਪ੍ਰੇਮ ਦਾ ਮਤਲਬ ਦੱਸੋ, ਤੇ ਉਹਨੂੰ ਕੀ ਮਤਲਬ ਦੱਸਿਆ ਜਾ ਸਕਦਾ, ਕੀ ਉਹਨੂੰ ਪ੍ਰੇਮ ਦਾ ਸਮਝਾਇਆ ਜਾ ਸਕਦਾ ਕਿ ਪ੍ਰੇਮ ਕਿਹੋ ਜਿਹਾ ਹੁੰਦਾ ਹੈ। ਜਿਸ ਤਰ੍ਹਾਂ ਇੱਕ ਬੰਦਾ ਦੂਸਰੇ ਨੂੰ ਕਵੇ ਕਿ ਮਿੱਠਾ ਕੀ ਹੁੰਦਾ ਹੈ, ਉਹਨੇ ਆਪ ਜਦੋਂ ਮਿੱਠਾ ਖਾਧਾ ਹੀ ਨਾ ਹੋਵੇ, ਕਦੀ ਜ਼ਿੰਦਗੀ 'ਚ ਮਿੱਠੇ ਦਾ ਟੇਸਟ ਹੀ ਨਾ ਕੀਤਾ ਹੋਵੇ ਉਹਨੇ ਕਿ ਮਿੱਠਾ ਕੀ ਹੁੰਦਾ, ਉਹਨੂੰ ਤੁਸੀਂ ਮਿੱਠੇ ਦਾ ਕਿੱਦਾਂ ਸਮਝਾ ਦੋਗੇ? ਕੀ ਕਵਾਂਗੇ ਉਹਨੂੰ ਜੀ ਉਹ ਮਿੱਠਾ ਹੁੰਦਾ ਹੈ, ਬਹੁਤ ਮਿੱਠਾ ਹੁੰਦਾ ਹੈ। ਉਹਨੂੰ ਹੁਣ ਪਤਾ ਹੀ ਨਹੀਂ, ਉਹਨੇ ਕਦੀ ਮਿੱਠਾ ਖਾਧਾ ਹੀ ਨਹੀਂ, ਉਹਨੂੰ ਮਿੱਠਾ ਕਰੀ ਵੀ ਜਾਵਾਂਗੇ, ਉਹਨੇ ਕਦੀ ਖਾਧਾ ਹੀ ਨਹੀਂ, ਉਹਨੂੰ ਕਿੱਦਾਂ ਪਤਾ ਚੱਲੇਗਾ? ਇਸੇ ਤਰ੍ਹਾਂ ਹੀ ਅੱਜ ਦੁਨੀਆ ਦੇ ਰਿਸ਼ਤੇ ਨਾਤੇ ਜਿੰਨੇ ਵੀ ਆ, ਕੋਈ ਵੀ ਰਿਸ਼ਤਾ ਨਾਤਾ, ਚਾਹੇ ਉਹ ਭੈਣ ਭਰਾ ਦਾ ਹੈ, ਚਾਹੇ ਉਹ ਪਤੀ ਪਤਨੀ ਦਾ, ਚਾਹੇ ਉਹ ਮਾਤਾ ਪਿਤਾ ਦਾ, ਚਾਹੇ ਉਹ ਗੁਰੂ ਸਿੱਖ ਦਾ ਹੈ, ਚਾਹੇ ਕਿਸੇ ਦਾ ਵੀ ਹੈ, ਇਹਨੂੰ ਬੰਨਿਆ ਕਿੰਨੇ ਆ? ਪ੍ਰੇਮ ਨੇ। ਪਰ ਜਦੋਂ ਉਹ ਪ੍ਰੇਮ ਹੀ ਨਹੀਂ ਵਿੱਚ ਹੈਗਾ ਤੇ ਫਿਰ ਇਹ ਜਿਹੜੇ ਬਿਖਰ ਜਾਂਦੇ ਚੀਜ਼ਾਂ ਸਾਰੀਆਂ। ਇਹ ਸਾਰੀਆਂ ਚੀਜ਼ਾਂ ਅੱਜ ਕਿਉਂ ਬਿਖਰੀਆਂ? ਸੰਸਾਰ ਸਾਨੂੰ ਬਿਖਰਿਆ ਕਿਉਂ ਲੱਗਦਾ ਸਾਰੇ ਪਾਸੇ? ਬਾਕੀ ਸਭ ਕੁਝ ਉਹੀ ਹੈ, ਰੀਤੀ ਰਿਵਾਜ ਉਹੀ ਚੱਲ ਰਹੇ ਨੇ, ਉਸੇ ਤਰ੍ਹਾਂ ਹੀ ਸਾਰੇ ਕੰਮ ਹੋ ਰਹੇ ਨੇ, ਉਹੀ ਪ੍ਰਥਾ ਜਿਹੜੀਆਂ ਚੱਲ ਰਹੀਆਂ ਨੇ। ਪਰ ਵਿੱਚੋਂ ਜਿਹੜੀ ਚੀਜ਼ ਸੀ, ਜਿਹੜੀ ਅਸਲੀ ਚੀਜ਼ ਜਿਹੜੀ ਸੀ, ਉਹਨੇ ਜਿਹਨੇ ਬੰਨਿਆ ਸਾਨੂੰ ਹਰ ਚੀਜ਼ ਦੇ ਨਾਲ, ਉਹ ਚੀਜ਼ ਵਿੱਚੋਂ ਨਿਕਲ ਗਈ। ਜਿਸ ਤਰ੍ਹਾਂ ਮੋਤੀ ਹੁੰਦੇ ਨੇ ਮਾਲਾ ਦੇ, ਤੇ ਮੋਤੀ ਦਿਸਦੇ ਨੇ, ਧਾਗਾ ਨਹੀਂ ਅੰਦਰ ਦਿਸਦਾ। ਪਰ ਜੇ ਧਾਗਾ ਅੰਦਰ ਨਾ ਹੋਵੇ, ਤੁਸੀਂ ਸੋਚੋ ਕਿ ਮਾਲਾ ਬਣ ਸਕਦੀ ਕਦੀ? ਉਹ ਤਾਂ ਬਿਖਰ ਗਏ ਸਾਰੇ। ਇਸੇ ਤਰ੍ਹਾਂ ਹੀ ਸਾਡੇ ਹਰ ਰਿਸ਼ਤੇ ਦੇ ਵਿੱਚ ਇੱਕ ਪਿਆਰ ਹੈ। ਜੇ ਸਾਡੇ ਅੰਦਰ ਪ੍ਰੇਮ ਦੀ ਭਾਵਨਾ ਨਹੀਂ ਹੈ, ਪਿਆਰ ਨਹੀਂ ਹੈਗਾ, ਤਾਂ ਫਿਰ ਇਹ ਕਾਹਦੇ ਰਿਸ਼ਤੇ ਨੇ, ਚਾਹੇ ਕੋਈ ਵੀ ਹੋਵੇ। ਇਸ ਕਰਕੇ ਸਤਿਗੁਰ ਸਾਨੂੰ ਹਮੇਸ਼ਾ ਹੀ ਸਮਝਾਉਂਦੇ ਨੇ। ਪਿੱਛੇ ਵੀ ਅਸੀਂ ਸਤਸੰਗ 'ਚ ਪਲਟੂ ਸਾਹਿਬ ਦੇ ਬਚਨ ਸੁਣੇ, ਉਹਨਾਂ ਕਿਹਾ ਸਾਹਿਬ ਕੇ ਦਰਬਾਰ ਮੇਂ ਕੇਵਲ ਭਗਤ ਪਿਆਰ। ਸਾਹਿਬ ਦਾ ਦਰਬਾਰ ਕਿਹੜਾ ਹੈ? ਚਾਹੇ ਅਸੀਂ ਬਾਹਰਲੇ ਤੌਰ ਤੇ ਅਸੀਂ ਜਾਂਦੇ ਹਾਂ, ਕੋਈ ਦਰਬਾਰ ਸਾਹਿਬ ਜਾਂਦਾ ਹੈ, ਕੋਈ ਕਿਸੇ ਮੰਦਿਰ ਜਾਂਦਾ ਹੈ, ਕੋਈ ਕਿਸੇ ਗੁਰਦੁਆਰੇ ਜਾਂਦਾ ਹੈ, ਕੋਈ ਡੇਰੇ ਆਉਂਦਾ ਹੈ, ਇਹ ਦਰਬਾਰ ਨਹੀਂ, ਇਸ ਦਰਬਾਰ ਦੀ ਗੱਲ ਨਹੀਂ ਹੋ ਰਹੀ। ਜਿਹੜਾ ਅਸਲੀ ਪ੍ਰਭੂ ਦਾ ਦਰਬਾਰ, ਜਿਹੜਾ ਜਿੱਥੋਂ ਅਸੀਂ ਵਿਛੜ ਕੇ ਸਾਰੇ ਅਸੀਂ ਆਏ ਹਾਂ, ਉਸ ਘਰ ਵਿੱਚ ਜਾਣ ਵਾਸਤੇ, ਉਸ ਦਰਬਾਰ ਵਿੱਚ ਜਾਣ ਵਾਸਤੇ ਉਹਨਾਂ ਨੇ ਕਿਹਾ ਕਿ ਸਰ ਕੀ ਹੈ, ਸਾਹਿਬ ਕੇ ਦਰਬਾਰ ਮੇਂ ਕੇਵਲ ਭਗਤ ਪਿਆਰ। ਉੱਥੇ ਸਿਰਫ ਤੇ ਸਿਰਫ ਪਿਆਰ ਹੀ ਹੈ, ਉੱਥੇ ਕੋਈ ਹੋਰ ਚੀਜ਼ ਨਹੀਂ ਹੈਗੀ। ਤੇ ਉੱਥੇ ਪਹੁੰਚਣ ਵਾਸਤੇ ਜਦੋਂ ਤੱਕ ਅਸੀਂ ਪ੍ਰੇਮ ਵਾਲਾ ਰੂਪ ਨਹੀਂ ਆਪਣਾ ਬਣਾਉਂਦੇ, ਭਗਤੀ ਵਾਲਾ ਭਾਵ ਨਹੀਂ ਸਾਡੇ ਮਨ ਨੂੰ ਆਉਂਦਾ, ਅਸੀਂ ਪਹੁੰਚ ਨਹੀਂ ਸਕਦੇ। ਚਾਹੇ ਕੋਈ ਜਿੰਨਾ ਮਰਜ਼ੀ ਅਮੀਰ ਹੋਵੇ, ਕੋਈ ਗਰੀਬ ਹੋਵੇ, ਉਹਦੇ ਨਾਲ ਕੋਈ ਮਤਲਬ ਨਹੀਂ ਹੈ। ਗੋਰਾ ਹੋਵੇ, ਚਿੱਟਾ ਹੋਵੇ, ਕਿਸੇ ਦੇਸ਼ ਦੇ ਵਿੱਚ ਰਹਿਣ ਵਾਲਾ ਹੋਵੇ, ਕੋਈ ਮਤਲਬ ਨਹੀਂ ਉਹਦਾ। ਕੋਈ ਇਹ ਨਹੀਂ ਕਿ ਜਾਂ ਸਾਨੂੰ ਇੰਡੀਆ ਦੇ ਵਿੱਚ ਅਸੀਂ ਜਨਮ ਲਿਆ ਤੇ ਮੁਕਤੀ ਸਾਡੇ ਹੀ ਹਿੱਸੇ ਆ ਗਈ ਹੈ, ਨਹੀਂ, ਕੋਈ ਐਸੀ ਗੱਲ ਨਹੀਂ ਹੈਗੀ। ਇਸ ਕਰਕੇ ਫਰਮਾ ਰਹੇ ਨੇ ਪ੍ਰੇਮੀ ਸੁਣੋ ਪ੍ਰੇਮ ਕੀ ਬਾਤ। ਇੱਕ ਪਾਸੇ ਪ੍ਰੇਮੀ ਕਹਿ ਰਹੇ ਨੇ, ਕਿਉਂਕਿ ਅਸੀਂ ਸ਼ਿਸ਼ ਕਹਿ ਲਈਏ, ਸਿੱਖ ਕਹਿ ਲਈਏ, ਪ੍ਰੇਮੀ ਕਹਿ ਲਈਏ, ਜੋ ਮਰਜ਼ੀ ਕਹਿ ਲਈਏ, ਗੱਲ ਤਾਂ ਇੱਕੋ ਹੀ ਆ। ਪਰ ਕੀ ਕਹਿ ਰਹੇ ਨੇ? ਸੁਣੋ ਪ੍ਰੇਮ ਕੀ ਬਾਤ, ਕਿ ਮੈਂ ਤੁਹਾਨੂੰ ਪ੍ਰੇਮ ਦੀ ਗੱਲ ਦੱਸ ਰਿਹਾ ਕਿ ਪ੍ਰੇਮ ਹੁੰਦਾ ਕੀ ਹੈ। ਕਿਉਂਕਿ ਕਈ ਵਾਰੀ ਸਾਡੇ ਮਨ 'ਚ ਰੋਸੇ ਹੁੰਦੇ ਆ, ਲਓ ਜੀ ਮੈਂ ਤੇ ਪ੍ਰਭੂ ਦੀ ਇੰਨੀ ਭਗਤੀ ਕਰਦਾ ਹੈ, ਮੈਨੂੰ ਦੁੱਖ ਕਿਉਂ ਆ ਜਾਂਦਾ ਹੈ? ਮੈਂ ਤੇ ਇੰਨਾ ਕੁਛ ਵਰਤ ਰੱਖਦਾ ਹਾਂ, ਮੈਂ ਇੰਨੇ ਚੌਂਕੀਆਂ ਭਰਦਾ ਹਾਂ, ਮੈਂ ਇੰਨੀ ਜਗ੍ਹਾ 'ਤੇ ਜਾਂਦਾ ਹੈ, ਸਿਰ ਝੁਕਾਉਂਦਾ, ਮੈਂ ਇੰਨੀਆਂ ਘਰਾਂ 'ਚ ਫੋਟੋਆਂ ਲਗਾਈਆਂ ਨੇ, ਮੈਂ 24 ਘੰਟੇ ਮਤਲਬ ਕਿ ਕਹਿ ਲਓ ਕਿ ਉਹਨਾਂ ਦੇ ਉੱਥੇ ਰਹਿਣਾ, ਉਹਨਾਂ ਦੇ ਸ਼ਰਨ ਦੇ ਵਿੱਚ। ਪਰ ਸਾਨੂੰ ਇਹ ਨਹੀਂ ਪਤਾ ਕਿ ਸ਼ਰਨ ਦੇ ਵਿੱਚ ਰਹਿਣਾ ਕਿਸ ਤਰ੍ਹਾਂ ਹੁੰਦਾ ਹੈ, ਜਾਂ ਫੋਟੋਆਂ ਲਾਉਣ ਦੇ ਨਾਲ, ਜਾਂ ਸਿਰ ਝੁਕਾਉਣ ਦੇ ਨਾਲ, ਜਾਂ ਕਿਸੇ ਮੰਦਿਰ ਗੁਰਦੁਆਰੇ ਜਾਣ ਨਾਲ ਭਗਤੀ ਨਹੀਂ ਹੁੰਦੀ। ਮੈਂ ਪਿਛਲੇ ਸਤਸੰਗ 'ਚ ਵੀ ਕਿਹਾ ਸੀ ਕਿ ਲੋਕੀ ਜਿਸ ਤਰ੍ਹਾਂ ਅੱਜ ਕੱਲ੍ਹ ਯੋਗ ਕਰਦੇ ਨੇ,
ਕਈ ਯੋਗ ਨੂੰ ਹੀ ਉਹਨੂੰ ਭਗਤੀ ਸਮਝੀ ਜਾਂ ਮੈਡੀਟੇਸ਼ਨ ਕਹਿ ਦਿੰਦੇ ਆ, ਕਈ ਵਾਰੀ ਕਹਿਣਗੇ ਕਿ ਉਹ ਮੈਡੀਟੇਸ਼ਨ ਕਰਦਾ ਹੈ, ਕਹਿੰਦੇ ਜੀ ਮੈਡੀਟੇਸ਼ਨ ਕਰਦੇ ਆ। ਮੈਡੀਟੇਸ਼ਨ ਕੀ ਹੈ? ਜਿਸ ਤਰ੍ਹਾਂ ਸਰੀਰ ਦੀ ਐਕਸਰਸਾਈਜ਼ ਕਰਦੇ ਆ, ਇਸੇ ਤਰ੍ਹਾਂ ਇੱਕ ਦਿਮਾਗ ਦੀ ਐਕਸਰਸਾਈਜ਼ ਹੈ ਜਿਹਨੂੰ ਮੈਡੀਟੇਸ਼ਨ ਕਹਿੰਦੇ ਆ। ਉਹਨੂੰ ਆਪਣੇ ਆਪਣੇ ਤਰੀਕੇ ਦੇ ਨਾਲ ਅਸੀਂ ਉਹਨੂੰ 2 ਮਿੰਟ ਸ਼ਾਂਤ ਬੈਠ ਕੇ, ਜਿਸ ਤਰ੍ਹਾਂ ਸਰੀਰ ਕਿਸੇ ਵੇਲੇ ਬਹੁਤ ਥੱਕਿਆ ਹੁੰਦਾ, ਅਸੀਂ ਬਹੁਤ ਦੌੜ ਕੇ ਆਉਂਦੇ ਹਾਂ, ਸਾਹ ਚੜਿਆ ਹੁੰਦਾ ਹੈ, ਅਸੀਂ ਥੋੜ੍ਹੀ ਦੇਰ ਟਿਕ ਕੇ ਬਹਿੰਦੇ ਹਾਂ ਤੇ ਸਰੀਰ ਸਾਡਾ ਥੋੜ੍ਹਾ ਜਿਹਾ ਰਿਲੀਫ ਮਹਿਸੂਸ ਕਰਦਾ ਹੈ। ਇਸੇ ਤਰ੍ਹਾਂ ਜਦੋਂ ਮਾਈਂਡ ਬਹੁਤ ਜ਼ਿਆਦਾ ਸਟ੍ਰੈਸ ਲੈ ਰਿਹਾ ਹੁੰਦਾ ਹੈ, ਬਹੁਤ ਜ਼ਿਆਦਾ ਇੱਧਰ ਉੱਧਰ ਭੱਜ ਰਿਹਾ ਹੁੰਦਾ ਹੈ, ਤੇ ਇੱਕ ਉਹਨੂੰ ਮੈਡੀਟੇਸ਼ਨ ਕਿਹਾ ਗਿਆ ਹੈ। ਪਰ ਜਿਹੜਾ ਸਿਮਰਨ ਕਰਨਾ, ਜਿਹੜਾ ਧਿਆਨ ਕਰਨਾ, ਜਿਹੜੀ ਭਗਤੀ ਜਿਹੜੀ ਉਹ ਇਸ ਤੋਂ ਉੱਪਰ ਹੈ, ਉਹ ਕੋਈ ਇਹਦੇ ਵਿੱਚ ਨਹੀਂ ਹੈਗੀ। ਇਸ ਕਰਕੇ ਪਹਿਲਾਂ ਸਮਝਣਾ ਪਏਗਾ। ਤੇ ਉਹਨਾਂ ਨੇ ਫਰਮਾਇਆ ਕਿ ਅਸੀਂ ਕਹਿੰਦੇ ਹਾਂ ਕਿ ਅਸੀਂ ਸੇਵਾ ਕਰ ਰਹੇ ਹਾਂ, ਅਸੀਂ ਸਿਮਰਨ ਕਰ ਰਹੇ ਹਾਂ, ਅਸੀਂ ਸਤਸੰਗ ਦੇ ਵਿੱਚ ਬੈਠੇ ਹਾਂ, ਪਰ ਜਦੋਂ ਤੱਕ ਸਾਡੇ ਅੰਦਰ ਵਿਸ਼ਵਾਸ ਨਹੀਂ ਹੋਏਗਾ, ਜਦੋਂ ਸਾਡੇ ਅੰਦਰ ਭਾਵਨਾ ਨਹੀਂ ਹੋਏਗੀ, ਤੇ ਉੱਥੇ ਪਿੱਛੇ ਵੀ ਅਸੀਂ ਇਤਿਹਾਸ ਪੜ੍ਹ ਕੇ ਦੇਖੀਏ, ਚਾਹੇ 10 ਪਾਤਸ਼ਾਹੀਆਂ ਦਾ ਲੈ ਲਈਏ, ਕਬੀਰ ਸਾਹਿਬ ਲੈ ਲਈਏ, ਰਾਮਚੰਦਰ ਜੀ ਦਾ ਲੈ ਲਈਏ, ਕ੍ਰਿਸ਼ਨ ਜੀ ਦਾ ਲੈ ਲਈਏ, ਕਿ ਉਸ ਟਾਈਮ ਦੇ ਉੱਤੇ ਦੁਨੀਆ ਨਹੀਂ ਸੀ ਹੈਗੀ। ਜਦੋਂ ਕ੍ਰਿਸ਼ਨ ਜੀ ਆਏ ਸੀ ਉਦੋਂ ਕਿੰਨਾ ਕੁਛ ਘਟਨਾ, ਐਡਾ ਵੱਡਾ ਯੁੱਧ ਹੋਇਆ, ਇੰਨਾ ਜਿਹੜਾ ਸੀ ਖਲਕਤ ਜਿਹੜੀ ਖਤਮ ਹੋ ਗਈ, ਤੇ ਕੀ ਭਗਵਾਨ ਨਹੀਂ ਸੀ ਉਹਨਾਂ ਦੇ ਜਿਹੜੇ ਪਾਸ ਰਹੇ ਸੀ? ਜੇ ਉਹਨਾਂ ਨੂੰ ਭਗਵਾਨ ਸਮਝਦੇ ਹੁੰਦੇ ਤੇ ਕੋਈ ਕਿਸੇ ਨੇ ਇਹ ਕੰਮ ਕਰਨਾ ਸੀ? ਕਿੰਨੀ ਵਾਰੀ ਉਹ ਕੌਰਵਾਂ ਨੂੰ ਸਮਝਾਉਣ ਵਾਸਤੇ ਗਏ ਕਿ ਬਈ ਤੁਸੀਂ ਛੱਡ ਦਿਓ, ਕੋਈ ਜਿੱਦਾਂ ਛੱਡ ਦਿਓ, ਸਭ ਕੁਝ ਮਿਲੇਗਾ, ਕੋਈ ਗੱਲ ਨਹੀਂ ਹੈਗੀ। ਪਰ ਨਹੀਂ, ਕਿਉਂਕਿ ਜੇ ਭਗਵਾਨ ਜੇ ਉਸ ਸਮੇਂ ਹੀ ਸਮਝਿਆ ਹੁੰਦਾ ਫਿਰ ਉਹ ਚੀਜ਼ ਨਹੀਂ ਸੀ ਹੋਣੀ। ਇਸ ਕਰਕੇ ਜਦੋਂ ਮਰਜ਼ੀ ਹੈ, ਅਸੀਂ ਵੀ ਘਰਾਂ ਦੇ ਵਿੱਚ ਕਹਿੰਦੇ ਆ, ਧੰਨੇ ਨੇ ਪੱਥਰ ਦੇ ਵਿੱਚੋਂ ਰੱਬ ਪਾ ਲਿਆ। ਰੱਬ ਜਿਹੜਾ ਵਾ ਕਿਸੇ ਪੱਥਰ 'ਚ ਨਹੀਂ ਆ, ਕਿਸੇ ਪਾਣੀ 'ਚ ਨਹੀਂ ਆ, ਰੱਬ ਸਾਡੇ ਅੰਦਰ ਹੈ। ਜਿੱਥੇ ਸਾਡੀ ਨਿਸ਼ਠਾ ਬਣ ਜਾਂਦੀ ਹੈ, ਸਾਨੂੰ ਉੱਥੋਂ ਦਿਸਣਾ ਸ਼ੁਰੂ ਹੋ ਜਾਂਦਾ ਹੈ। ਕਿਉਂਕਿ ਅਸੀਂ ਕਹਿੰਦੇ ਹਾਂ ਕਣ ਕਣ ਦੇ ਵਿੱਚ ਭਗਵਾਨ ਹੈ, ਕਣ ਕਣ ਦੇ ਵਿੱਚ। ਤੇ ਫਿਰ ਕਿਹੜਾ ਘਟ ਅਸੀਂ ਉੱਥੋਂ ਖਾਲੀ ਕਹਿ ਸਕਦੇ ਹਾਂ? ਹਰ ਘਟ ਦੇ ਵਿੱਚ ਉਹ ਬਿਰਾਜਮਾਨ ਹੈ। ਇਸ ਲਈ ਸਾਨੂੰ ਉਹ ਜਿਹੜਾ ਅਸਰ ਕਿਉਂ ਨਹੀਂ ਹੁੰਦਾ, ਸਾਨੂੰ ਉਹ ਜਿਹੜੀ ਸ਼ਾਂਤੀ ਕਿਉਂ ਨਹੀਂ ਮਿਲਦੀ, ਸਾਡੀਆਂ ਤਕਲੀਫਾਂ ਦੂਰ ਕਿਉਂ ਨਹੀਂ ਹੁੰਦੀਆਂ? ਜਿਸ ਤਰ੍ਹਾਂ ਕਲਾਸ ਦੇ ਵਿੱਚ 50 ਬੱਚੇ ਹੁੰਦੇ ਨੇ, 50 ਬੱਚਿਆਂ ਨੂੰ ਇੱਕੋ ਹੀ ਟੀਚਰ ਪੜ੍ਹਾਉਂਦਾ ਹੈ, ਇੱਕੋ ਹੀ ਟਾਈਮ ਹੁੰਦਾ ਹੈ, ਇੱਕੋ ਸਿਲੇਬਸ ਹੁੰਦਾ ਹੈ, ਪਰ ਸਾਰੇ ਪਾਸ ਨਹੀਂ ਹੁੰਦੇ, ਸਾਰੇ ਫੇਲ ਨਹੀਂ ਹੁੰਦੇ, ਸਾਰੇ ਫਸਟ ਨਹੀਂ ਹੁੰਦੇ। ਟਾਈਮ ਇੱਕ ਹੈ, ਕਲਾਸ ਇੱਕ ਹੈ, ਪੜ੍ਹਾਉਣ ਵਾਲਾ ਇੱਕ ਹੈ, ਹਰ ਚੀਜ਼ ਇੱਕ ਹੈ, ਤੇ ਫਿਰ ਇੱਕੋ ਜਿਹਾ ਰਿਜ਼ਲਟ ਕਿਉਂ ਨਹੀਂ ਆਇਆ? ਰਿਜ਼ਲਟ ਸਟੂਡੈਂਟ ਦੇ ਉੱਤੇ ਹੈ। ਇਸੇ ਤਰ੍ਹਾਂ ਹੀ ਅਸੀਂ ਕਿਸੇ ਨੂੰ ਵੀ ਮੰਨਦੇ ਹਾਂ। ਮੈਂ ਕਈ ਵਾਰੀ ਕਿਹਾ ਕਿ ਜਿੱਥੇ ਜਿਹਨੂੰ ਮਰਜ਼ੀ ਮੰਨੀ, ਮੰਨਣ ਦੀ ਮੰਨਣਾ ਕੀ ਹੈ? ਬਾਹਰੋਂ ਫੋਟੋ ਨੂੰ ਮੰਨਣਾ ਤਾਂ ਬੜਾ ਸੌਖਾ ਹੈ ਕਿ ਅਸੀਂ ਮੈਂ ਰਾਮ ਨੂੰ ਮੰਨਦਾ, ਮੈਂ ਕ੍ਰਿਸ਼ਨ ਨੂੰ ਮੰਨਦਾ, ਮੈਂ ਗੁਰੂ ਨਾਨਕ ਨੂੰ ਮੰਨਦਾ ਹੈ, ਮੈਂ ਫਲਾਣੇ ਸਤਿਗੁਰੂ ਨੂੰ ਮੰਨਦਾ ਹੈ। ਅਸਲ 'ਚ ਅਸੀਂ ਕਿਸੇ ਨੂੰ ਮੰਨਦੇ ਹੀ ਨਹੀਂ। ਜਿਸ ਦਿਨ ਅਸੀਂ ਮੰਨਣ ਲੱਗ ਪਏ, ਉਸ ਦਿਨ ਸਾਡੇ ਜਿਹੜਾ ਕੁਛ ਤਾਂ ਕੁਛ ਬਣ ਜਾਏਗਾ, ਕਿਉਂਕਿ ਸਾਡੀਆਂ ਬੁਰਾਈਆਂ ਦੂਰ ਹੋ ਜਾਣਗੀਆਂ। ਜਿਹੜੀਆਂ ਚੀਜ਼ਾਂ ਅਸੀਂ ਕਰਦੇ ਹਾਂ, ਜਿਹੜੇ ਕਰਮ ਕਰਦੇ ਹਾਂ, ਕਿ ਸਾਨੂੰ ਸਤਿਗੁਰ ਇਜਾਜ਼ਤ ਦਿੰਦੇ ਨੇ ਉਹਨਾਂ ਚੀਜ਼ਾਂ ਦੀ? ਉਹ ਤਾਂ ਹਮੇਸ਼ਾ ਕਹਿੰਦੇ ਨੇ ਹਰ ਇੱਕ ਨਾਲ ਪ੍ਰੇਮ ਕਰੋ। ਜੇ ਹਰ ਇੱਕ ਨਾਲ ਪ੍ਰੇਮ ਕਰਾਂਗੇ ਤੇ ਫਿਰ ਨਫ਼ਰਤ ਕਿੱਥੋਂ ਆਏਗੀ? ਇਸ ਕਰਕੇ ਮੈਂ ਫਰਮਾਇਆ ਕਿ ਜਿਸ ਰਸਤੇ 'ਤੇ ਅਸੀਂ ਚੱਲ ਰਹੇ ਹਾਂ, ਇਹ ਭਗਤੀ ਦਾ ਰਸਤਾ ਹੈ, ਭਗਤੀ ਦਾ ਹੈ, ਪਿਆਰ ਦਾ ਹੈ। ਇਹਦੇ ਉੱਤੇ ਤੇ ਬਿਲਕੁਲ 100% ਸਾਨੂੰ ਪਿਆਰ ਦੇ ਵਿੱਚ ਹੀ ਕੁਝ ਹਾਸਲ ਹੋਏਗਾ। ਨਹੀਂ ਤੇ ਅਸੀਂ ਜਿੰਨਾ ਚਿਰ ਮਰਜ਼ੀ ਕਰੀ ਜਾਈਏ, ਮੱਥੇ ਘਸ ਜਾਣਗੇ, ਸਭ ਕੁਝ ਹੋ ਜਾਏਗਾ, ਪਰ ਉਹ ਚੀਜ਼ ਸਾਨੂੰ ਪ੍ਰਾਪਤ ਨਹੀਂ ਹੁੰਦੀ। ਦੁਨੀਆ ਦੀਆਂ ਚੀਜ਼ਾਂ ਮਿਲਣਗੀਆਂ, ਧਨ ਦੌਲਤ ਮਿਲੇਗੀ, ਤੰਦਰੁਸਤੀਆਂ ਮਿਲਣਗੀਆਂ, ਚੀਜ਼ਾਂ ਕੋਠੀਆਂ ਕਾਰਾਂ ਮਿਲ ਜਾਣਗੀਆਂ, ਪਰ ਜਿਹੜੀ ਚੀਜ਼ ਨੂੰ ਅਸੀਂ ਲੱਭ ਰਹੇ ਹਾਂ, ਸੁੱਖ ਲੱਭ ਰਹੇ ਹਾਂ, ਸ਼ਾਂਤੀ ਲੱਭ ਰਹੇ ਹਾਂ, ਉਹ ਚੀਜ਼ ਨਹੀਂ ਹੈ। ਸਭ ਕੁਝ ਕੋਲ ਪਿਆ ਹੁੰਦਾ ਹੈ, ਘਰ ਦੇ ਵਿੱਚ ਰੋਟੀ ਪਾਣੀ ਹੈ, ਗੱਡੀਆਂ ਹੈ, ਕੋਠੀਆਂ ਨੇ, ਪਰ ਫਿਰ ਵੀ ਮਨ ਖੁੱਸਦਾ ਰਹਿੰਦਾ, ਕਹਿੰਦਾ ਪਤਾ ਨਹੀਂ ਕੀ ਹੋ ਜਾਣਾ, ਪਤਾ ਨਹੀਂ ਕੀ ਹੋ ਗਿਆ। ਇਹ ਡਰ ਕਾਹਦਾ ਹੈ? ਭਗਵਾਨ ਤੋਂ ਦੂਰੀ ਪਈ ਹੈ। ਇਸ ਲਈ ਫਰਮਾਇਆ, ਪ੍ਰੇਮੀ ਸੁਨੋ ਪ੍ਰੇਮ ਕੀ ਬਾਤ, ਸੇਵਾ ਕਰੋ ਪ੍ਰੇਮ ਸੇ ਗੁਰੂ ਕੀ, ਔਰ ਦਰਸ਼ਨ ਪਰ ਬਲ ਬਲ ਜਾਤ। ਬੜੀ ਵੱਡੀ ਗੱਲ ਹੈ। ਲਫ਼ਜ਼ਾਂ ਦੇ ਵਿੱਚ ਮੈਂ ਪਹਿਲਾਂ ਕਿਹਾ ਉਹ ਪੂਰੀਆਂ ਨਹੀਂ ਹੋ ਸਕਦੀਆਂ। ਐਸੇ ਕੋਈ ਲਫ਼ਜ਼ ਨਹੀਂ ਬਣੇ ਜਿਹੜੇ ਭਾਵਨਾ ਨੂੰ ਬਿਆਨ ਕਰ ਸਕਣ। ਕਹਿੰਦੇ ਨੇ ਸੇਵਾ ਕਰੋ ਪ੍ਰੇਮ ਸੇ ਗੁਰੂ ਕੀ। ਅਸੀਂ ਸੇਵਾ ਤਾਂ ਕਰਦੇ ਹਾਂ, ਸਾਰੀ ਦੁਨੀਆ ਹੀ ਕਿਸੇ ਨਾ ਕਿਤੇ ਜਾ ਰਹੀ ਹੈ, ਕਿਤੇ ਨਾ ਕਿਤੇ ਸਿਰ ਝੁਕਾ ਰਹੀ ਹੈ, ਮੱਥਾ ਟੇਕ ਰਹੀ ਹੈ, ਹਰ ਇੱਕ ਨੇ ਕਿਸੇ ਨਾ ਕਿਸੇ ਨੂੰ ਗੁਰੂ ਬਣਾਇਆ ਹੈ। ਪਰ ਜਿਸ ਤਰ੍ਹਾਂ ਕਈ ਵਾਰ ਕਿਹਾ ਕਿ ਕਿਆ ਹਿੰਦੂ, ਕਿਆ ਮੁਸਲਮਾਨ, ਕਿਆ ਸਿੱਖ, ਈਸਾਈ, ਜੈਨ, ਗੁਰ ਭਗਤੀ ਪੂਰੇ ਬਿਨਾ ਕੋਈ ਨਾ ਪਾਵੇ ਚੈਨ। ਚੈਨ ਉਹ ਜਿਹੜਾ ਕਿਸ ਤਰ੍ਹਾਂ ਆਏਗਾ? ਕਿਉਂਕਿ ਉਹ ਜਦੋਂ ਤੱਕ ਜਿਹੜੀ ਚੀਜ਼ ਦੇ ਵਿੱਚ ਪ੍ਰੇਮ ਨਹੀਂ ਹੈਗਾ, ਉਹ ਚੀਜ਼ ਰਹਿਣੀ ਨਹੀਂ ਹੈਗੀ। ਅਸੀਂ ਰੋਟੀ ਖਾਂਦੇ ਹਾਂ, ਦੇਖੋ ਕਈ ਵਾਰੀ ਅਸੀਂ ਬੜੀ ਥਾਵਾਂ ਦੇ ਉੱਤੇ ਜਾਂਦੇ ਹਾਂ, ਰੋਟੀ ਖਾਂਦੇ ਹਾਂ, ਪਰ ਕਈ ਵਾਰੀ ਕਹਿੰਦੇ ਨਹੀਂ ਘਰ ਦੀ ਰੋਟੀ ਘਰ ਦੀ ਹੁੰਦੀ, ਭਾਵੇਂ ਸਿੰਪਲ ਹੀ ਹੋਵੇ ਕੁਛ। ਕਿਉਂ ਨਹੀਂ ਕਹਿੰਦੇ ਆ? ਬਾਹਰ ਦੀਆਂ ਖਾਈਏ, ਥੋੜ੍ਹੇ ਦਿਨ ਖਾ ਕੇ ਭਾਵੇਂ ਜਿੰਨੇ ਮਰਜ਼ੀ ਵਧੀਆ ਰੈਸਟੋਰੈਂਟ 'ਤੇ ਚੱਲ ਜਾਈਏ, 4 ਦਿਨ ਖਾ ਕੇ ਅਸੀਂ ਬੋਰ ਹੋ ਜਾਂਦੇ, ਅਸੀਂ ਕਹਿੰਦੇ ਨਹੀਂ ਹੁਣ ਨਹੀਂ ਬਾਹਰ ਦੀ ਖਾ। ਘਰਾਂ ਦੀ ਅਸੀਂ ਜੋ ਜੰਮਦੇ ਉਦੋਂ ਖਾਣ ਲੱਗਦੇ ਹਾਂ, ਘਰ ਦੀ ਤਾਂ ਕਦੀ ਬੋਰ ਨਹੀਂ ਹੋਏ, ਕਿਉਂਕਿ ਘਰ 'ਚ ਪ੍ਰੇਮ ਦੇ ਨਾਲ ਉਹ ਚੀਜ਼ ਬਣਦੀ।
ਉਹਦੇ ਵਿੱਚ ਕੋਈ ਭਾਵਨਾ ਹੈ, ਉਹ ਸਾਡਾ ਰਿਸ਼ਤਾ ਹੈ ਕਿ ਮੈਂ ਕਾਹਦੇ ਵਾਸਤੇ ਮਾਂ ਬਣਾ ਰਹੀ ਹੈ, ਮੈਂ ਪੁੱਤ ਵਾਸਤੇ ਬਣਾ ਰਹੀ ਹਾਂ, ਮੈਂ ਆਪਣੇ ਪਤੀ ਵਾਸਤੇ ਬਣਾ ਰਹੀ ਹਾਂ, ਮੈਂ ਆਪਣੇ ਮਾਤਾ ਪਿਤਾ ਵਾਸਤੇ ਬਣਾ ਰਹੀ ਹਾਂ। ਜਦੋਂ ਉੱਥੇ ਵੀ ਕਲੇਸ਼ ਹੁੰਦਾ ਤਾਂ ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਨਾ, ਮੇਰਾ ਤਾਂ ਰੋਟੀ ਖਾਣ ਨੂੰ ਦਿਲ ਨਹੀਂ ਕਰਨ ਦਿਆ, ਭੁੱਖ ਲੱਗੀ ਹੁੰਦੀ ਹੈ, ਦਿਲ ਨਹੀਂ ਕਰਦਾ ਉਸ ਵੇਲੇ। ਇਸ ਲਈ ਪ੍ਰੇਮ ਦੀ ਮਹੱਤਤਾ ਨੂੰ ਦੱਸਿਆ ਗਿਆ ਕਿ ਸੇਵਾ ਕਰੋ ਪ੍ਰੇਮ ਸੇ ਗੁਰੂ ਕੀ ਔਰ ਦਰਸ਼ਨ ਪਰ ਬਲ ਬਲ ਜਾ। ਕਹਿੰਦੇ ਪ੍ਰੇਮ ਦੇ ਨਾਲ ਸੇਵਾ ਕਰੋ। ਜੇ ਤੁਸੀਂ ਕਿਤੇ ਵੀ ਕੋਈ ਸੇਵਾ ਕਰਦੇ ਹੋ ਤੇ ਪ੍ਰੇਮ ਵਿੱਚ ਹੋਏਗਾ ਤੇ ਫਿਰ ਉਹਦਾ ਰਿਜ਼ਲਟ ਮਿਲਣਾ ਹੈ, ਨਹੀਂ ਤੇ ਨਹੀਂ ਮਿਲਣਾ ਹੈ। ਉਸ ਪ੍ਰੇਮ ਬਾਰੇ ਕਈ ਵਾਰੀ ਅੱਗੇ ਦੱਸਿਆ ਹੈ। ਜਦੋਂ ਸ਼੍ਰੀ ਰਾਮਚੰਦਰ ਜੀ ਉਸ ਜੰਗਲ 'ਚ ਗਏ ਨੇ, ਜਦੋਂ ਬੜੇ ਬੜੇ ਰਿਸ਼ੀ ਮੁਨੀ ਸੀ, ਕਿਸੇ ਨੂੰ ਕਿਸੇ ਚੀਜ਼ ਦਾ ਹੰਕਾਰ ਸੀ, ਕਿਸੇ ਨੂੰ ਕਿਸੇ ਚੀਜ਼ ਦਾ ਹੰਕਾਰ ਸੀ, ਮੈਂ ਬੜੀ ਤਪੱਸਿਆ ਕੀਤੀ ਏ, ਮੈਂ ਬੜਾ ਬਲੀ ਹਾਂ, ਮੈਂ ਕੁਛ ਹਾਂ। ਹਰ ਇੱਕ ਨੇ ਸੋਚਿਆ ਕਿ ਅਸੀਂ ਏਡੇ ਵੱਡੇ ਰਿਸ਼ੀ ਮੁਨੀ ਸਾਡੇ ਕੋਲ ਰਾਜੇ ਮਹਾਰਾਜੇ ਮੱਥਾ ਟੇਕਣ ਆਉਂਦੇ ਤੇ ਰਾਮ ਜੀ ਸਾਡੇ ਕੋਲ ਆਉਣਗੇ। ਪਰ ਇੱਕ ਜਿਹੜੀ ਭਿਲਣੀ ਸੀ, ਉਹਦੇ ਕੋਲ ਵਿਚਾਰੀ ਕੋਲ ਕੁਛ ਵੀ ਨਹੀਂ ਸੀ, ਨਾ ਰੰਗ ਰੂਪ, ਨਾ ਕੋਈ ਬਾਹਰ ਦੇ ਪਦਾਰਥ, ਨਾ ਕੁਛ। ਉਹ ਰੋਜ਼ ਹੀ ਸੇਵਾ ਭਾਵਨਾ ਦੇ ਨਾਲ ਰੋਜ਼ ਜੰਗਲ 'ਚ ਜਾਂਦੀ ਸੀ। ਜਦੋਂ ਉਹਨੂੰ ਉਹਦੇ ਸਤਿਗੁਰਾਂ ਨੇ ਕਿਹਾ ਸੀ ਕਿ ਰਾਮ ਜੀ ਆਉਣਗੇ ਤੇਰੇ ਕੋਲ, ਉਸ ਦਿਨ ਤੋਂ ਇੱਕ ਦਿਨ ਵੀ ਨਾਗਾ ਨਹੀਂ ਪਾਇਆ। ਰੋਜ਼ ਜਾਂਦੀ ਸੀ ਜੰਗਲ ਦੇ ਵਿੱਚੋਂ ਤੋੜ ਕੇ ਫਲ ਲਿਆਉਣੇ, ਫੁੱਲ ਲਿਆਉਣੇ, ਉਸ ਰਸਤੇ 'ਤੇ ਵਿਛਾਉਣੇ। ਮੈਂ ਕਈ ਵਾਰੀ ਦੱਸਿਆ ਹੈ ਕਿ ਗੱਲ ਕਰ ਲੈਣੀ ਤੇ ਸੁਣ ਲੈਣੀ ਬੜੀ ਆਸਾਨ ਹੈ। ਉਸ ਸਟੇਜ 'ਤੇ ਖੜ੍ਹੇ ਹੋ ਕੇ ਦੇਖੀਏ। ਅਸੀਂ ਇੱਥੇ ਬੈਠੇ ਹਾਂ, ਸਤਸੰਗ ਦਾ ਟਾਈਮ ਰੱਖਿਆ ਜਾਂਦਾ ਹੈ ਕਿ ਬਈ 1 ਵਜੇ ਦਾ ਹੈ, 2 ਵਜੇ ਦਾ ਹੈ, 2:30 ਵਜੇ ਦਾ ਹੈ। ਘੰਟਾ ਇੱਕ ਲੇਟ ਹੋ ਜਾਵੇ, ਸਾਨੂੰ ਉਸੇ ਵੇਲੇ ਅੰਦਰ ਕਹਿੰਦੇ ਆ ਕਿ ਘੁੰਮਣਾ ਸ਼ੁਰੂ ਹੋ ਜਾਂਦਾ ਹੈ ਕਿ ਨਹੀਂ, ਕੀ ਹੋ ਗਿਆ, ਕੀ ਹੋ ਗਿਆ, ਕੀ ਹੋ ਗਿਆ। ਠੀਕ ਹੈ ਨਾ, ਕਾਲਾ ਪੈਣਾ, ਕਾਲੀ ਪੈਣੀ ਸ਼ੁਰੂ ਹੋ ਜਾਂਦੀ ਹੈ। ਕਿਸੇ ਨੂੰ ਕਈ ਵਾਰੀ ਰਸਤੇ 'ਚ ਕੋਈ ਵੇਟ ਕਰ ਰਿਹਾ ਹੋਵੇ, ਕਹੇ ਇੱਧਰੋਂ ਦੀ ਥੋੜ੍ਹੀ ਦੇਰ ਉਹਨੂੰ ਵੇਟ ਕਰਨੀ ਪਵੇ, ਅਗਲਾ ਕਹਿੰਦਾ ਨਹੀਂ ਫਿਰ ਮੈਂ ਜੀ ਫਿਰ ਬਾਅਦ 'ਚ ਆ ਜਾਵਾਂਗਾ, ਮੈਂ ਬਾਅਦ 'ਚ ਕਰ ਲਵਾਂਗਾ। ਲੇਕਿਨ ਉਹ ਜਿਨ੍ਹਾਂ ਦੀ ਅਸੀਂ ਗੱਲ ਕਰ ਰਹੇ ਹਾਂ, ਕਿੰਨੇ ਸਾਲ ਰੋਜ਼ ਸਵੇਰੇ ਉਹਨਾਂ ਨੇ ਜੰਗਲ 'ਚ ਜਾਣਾ ਹੈ, ਰੋਜ਼ ਉਹਨਾਂ ਨੇ ਫੁੱਲ ਤੋੜਨੇ ਨੇ, ਰੋਜ਼ ਉਹਨਾਂ ਨੇ ਫਲ ਵੀ ਲਿਆਉਣੇ ਨੇ ਉੱਥੋਂ ਲਿਆ ਕੇ, ਤੇ ਮਨ ਦੇ ਵਿੱਚ ਭਾਵਨਾ ਹੈ ਕਿ ਰਾਮ ਜੀ ਆਉਣਗੇ। ਰੋਜ਼ ਲਿਆ ਕੇ ਉੱਥੇ ਰੱਖਦੇ ਸੀ, ਰੋਜ਼ ਫੁੱਲ ਵਿਛਾਉਂਦੇ ਸੀ, ਸ਼ਾਮ ਪੈਂਦੀ ਸੀ, ਫੁੱਲ ਫਿਰ ਸਭ ਇਕੱਠੇ ਹੋ ਜਾਂਦੇ ਸੀ। ਫਿਰ ਅਗਲੇ ਦਿਨ ਉਸੇ ਹੀ ਉਨੀ ਹੀ ਭਾਵਨਾ ਦੇ ਨਾਲ, ਭਾਵਨਾ ਨਹੀਂ ਘਟੀ ਉਹਨਾਂ ਦੀ, ਭਾਵਨਾ ਨਹੀਂ ਘਟਣ ਦਿੱਤੀ ਹੋਈ, ਉਨੀ ਭਾਵਨਾ ਦੇ ਨਾਲ ਹੀ ਫਿਰ ਅਗਲੇ ਦਿਨ ਸ਼ੁਰੂ ਹੁੰਦਾ ਸੀ। ਮੈਂ ਕਹਿੰਦਾ ਕਿ 4 ਦਿਨ ਅਸੀਂ ਕਰਕੇ ਦੇਖੀਏ, ਜਿਸ ਤਰ੍ਹਾਂ ਉਹ ਗੁਰੂ ਰਾਮ ਉਹਨਾਂ ਦੀ ਹੈਗੀ ਸੀ ਕਥਾ ਕਿ ਜਿਹੜੀ 72 ਵਾਰ ਥੜੇ ਬਣਾਏ, 72 ਵਾਰ ਜਗਾਏ। ਲੋਕਾਂ ਨੇ 4 ਵਾਰ ਜਿਹੜੇ ਸੀ ਹੌਲੀ ਹੌਲੀ ਦੌੜਨੇ ਸ਼ੁਰੂ ਹੋ ਗਏ ਕਿ ਇਹਨਾਂ ਦਾ ਦਿਮਾਗ ਖਰਾਬ ਹੋ ਗਿਆ। ਪਰ ਜਿੱਥੇ ਪ੍ਰੇਮ ਹੁੰਦਾ ਹੈ ਉੱਥੇ ਨਹੀਂ ਬੰਦਾ ਅੱਕਦਾ। ਬੱਚਾ ਹੁੰਦਾ ਨਾ, ਮਾਂ ਨੂੰ ਬੱਚੇ ਨਾਲ ਪ੍ਰੇਮ ਹੁੰਦਾ ਹੈ, ਚਾਚੇ ਤਾਏ ਮਾਸੀਆਂ ਭੂਆ ਜੋ ਮਰਜ਼ੀ ਹੋਣ, ਮਾਂ ਮਾਂ ਹੁੰਦੀ ਹੈ। ਉਹਨੂੰ ਜਦੋਂ ਇੱਕ ਵਾਰੀ ਉਹ ਲਿਬੜਦਾ ਨਾ, ਜਿਹੜੀ ਕੋਈ ਰਿਸ਼ਤੇ ਦਾ ਕੋਈ ਮਾਸੀ ਭੂਆ ਕੋਈ ਵੀ ਹੋਵੇ, 2 ਵਾਰੀ 3 ਵਾਰੀ 4 ਵਾਰੀ ਕਰਕੇ ਨਾ ਖਿੱਚ ਜਾਂਦੀ ਉਸ ਵੇਲੇ। ਪਰ ਮਾਂ ਜਿਹੜੀ ਹੈ ਉਹ ਜਿੰਨੀ ਵਾਰੀ ਮਰਜ਼ੀ ਉਹ ਲਿਬੜੇ, ਜਿੰਨੀ ਵਾਰੀ ਮਰਜ਼ੀ ਉਨੀ ਵਾਰੀ ਨਵਾਈ ਜਾਂਦੀ ਆ, ਉਨੀ ਵਾਰੀ ਉਹਨੂੰ ਖਵਾਈ ਜਾਂਦੀ ਆ। ਇਹ ਨਹੀਂ ਆ ਕਿਸੇ ਨੂੰ ਬੱਚੇ ਨੂੰ ਹੋਏ ਹੁੰਦੇ ਨਾ ਕਈ ਵਾਰੀ ਇਸ ਹੁੰਦਾ ਕਿ ਮੰਨ ਲਓ ਲੂਜ ਮੋਸ਼ਨ ਲੱਗੇ ਆ, ਤੇ ਉਹ ਬੱਚੇ ਨੂੰ ਅਗਲਾ ਕਹੇਗਾ 4 ਵਾਰੀ ਆ ਗਿਆ ਨਾ, ਇਹਨੂੰ ਦੋ ਹੀ ਨਾ ਖਾਣ ਨੂੰ। ਮਾਂ ਫਿਰ ਵੀ ਖਵਾਈ ਜਾਂਦੀ ਹੈ, ਭਾਵੇਂ ਉਹਨੂੰ ਪਤਾ ਕਿ ਇਹਨੇ ਹੁਣੇ ਫਿਰ ਕੱਪੜੇ ਲਪੇਟ ਦੇਣੇ, ਪਰ ਫਿਰ ਵੀ ਖਵਾਉਂਦੀ ਕਿ ਬਈ ਕਮਜ਼ੋਰੀ ਨਾ ਆ ਜਾਏ। ਇਸੇ ਤਰ੍ਹਾਂ ਹੀ ਉਹ ਜਿਹੜੀ ਭਾਵਨਾ ਸੀ ਜਿਹੜੀ ਅੰਦਰ ਘਟਣ ਨਹੀਂ ਦਿੱਤੀ ਉਹਨਾਂ ਨੇ। ਤੇ ਜਦੋਂ ਰਾਮ ਜੀ ਆਏ ਨੇ, ਜਿਨ੍ਹਾਂ ਨੇ ਮਰਜ਼ੀ ਕਿਹਾ ਪਰ ਕਿਸੇ ਪਾਸੇ ਨਹੀਂ ਗਏ, ਸਿੱਧਾ ਹੀ ਉਹਨਾਂ ਦੇ ਭੇਲਣੀ ਦੇ ਕੋਲ ਗਏ। ਇਸੇ ਤਰ੍ਹਾਂ ਹੋਰ ਵੀ ਜਿਹੜੀਆਂ ਸਾਨੂੰ ਮਿਲੀਆਂ ਕਿ ਕ੍ਰਿਸ਼ਨ ਜੀ ਗਏ, ਦੁਰਯੋਧਨ ਨੇ ਕਿੱਡੇ ਵੱਡੇ ਆਪਣੇ ਮਾਲ ਤੇ ਕਿੰਨਾ ਵੱਡਾ ਉਹਨੇ ਇੰਤਜ਼ਾਮ ਕੀਤਾ ਸੀ, ਪਰ ਉਹ ਵਿਦੁਰ ਜੀ ਦੇ ਘਰ ਗਏ। ਉਹਦੀਆਂ ਸੁੱਕੀਆਂ ਮਿੱਕੇ ਜੋ ਵੀ ਖਾ ਲਈਆਂ, ਪਰ ਉਹ ਉਹਦੇ ਘਰ ਨਹੀਂ ਗਏ, ਕਿਉਂਕਿ ਉਹਨਾਂ ਨੂੰ ਪ੍ਰੇਮ ਭਾਵਨਾ ਜਿਹੜੀ ਚਾਹੀਦੀ ਹੈ। ਇਸ ਕਰਕੇ ਕਿਹਾ ਸਾਹਿਬ ਕੇ ਦਰਬਾਰ ਮੇਂ ਕੇਵਲ ਭਗਤ ਪਿਆਰ। ਉਹਦੇ 'ਚ ਤੁਸੀਂ ਹੋਰ ਕੋਈ ਚੀਜ਼ ਲੈ ਕੇ ਨਹੀਂ ਜਾ ਸਕਦੇ, ਕਿਸੇ ਚੀਜ਼ ਦਾ ਮਾਣ ਤਾਣ ਨਹੀਂ, ਬਸ ਪ੍ਰੇਮ ਦੇ ਨਾਲ ਉਹਨੂੰ ਲੁੱਟ ਸਕਦੇ ਆਪਾਂ, ਹੋਰ ਕਿਸੇ ਚੀਜ਼ ਤਰ੍ਹਾਂ ਨਹੀਂ। कहना फरमाया कि सेवा करो प्रेम से गुरु की और दर्शन पर बल बल जा। ऐसे जिहड़ा उन्होंने बाणी च भी फरमाया है कि दर्शन करत पिंड सब भूली। पिंड मतलब इस शरीर ने उन्होंने कहा कि ऐसे दर्शन अपने शरीर की सुध भुल गए। विदर जी के घर दे जो कृष्ण जी आए आ, जिस तरह कथा लिखा है कि इशनान कर रहे थे, जो उन्होंने बेटा करके आवाज़ मारी, भुल गए सब कुछ, शरीर की भी सुध नहीं रही उन्होंने कि मैं वस्त्र नहीं पाए, कुछ नहीं। उस तरह आके तो उन्होंने कहते दरवाजा खोल दिता। फिर जो उन्होंने दसते हैं कि कृष्ण जी ने अपना दिता कपड़ा, फिर बाद जो बैठे उन्होंने सुझ नहीं रहा कि मैं खवावां, असीं तो कहने तैयारी कर रहे हैं जी असीं।
ਤਿਆਰੀਆਂ ਕਰਦੀਆਂ, ਉਹ ਤਾਂ ਸੁੱਝਦਾ ਹੈ ਕੁਛ ਫਿਰ। ਜਿਸ ਤਰ੍ਹਾਂ ਭੀਲਣੀ ਸੀ, ਉਹ ਝੂਠੇ ਬੇਰ ਕਰ ਕਰਕੇ ਉਹਨਾਂ ਨੂੰ ਵਾਸਤੇ ਲਈ ਜਾ ਰਹੀ, ਇਹ ਨਹੀਂ ਪਤਾ ਕਿ ਝੂਠੇ ਹੁੰਦੇ ਨੇ। ਬਸ ਇਹ ਸੀ ਕਿ ਮੇਰੇ ਸਤਿਗੁਰੂ ਨੂੰ ਕੋਈ ਐਸਾ ਖੱਟਾ ਜਾਂ ਕੌੜਾ ਫਲ ਨਾ ਚਲਾ ਜਾਵੇ। ਇਸੇ ਤਰ੍ਹਾਂ ਹੀ ਵਿਦਰ ਦੇ ਜਿਹੜੇ ਘਰ ਦੇ ਸੀ, ਇੰਨਾ ਪਿਆਰ ਕਿ ਉਹ ਕੇਲੇ ਛਿਲ ਛਿਲ ਕੇ ਦੇ ਰਹੇ ਨੇ, ਇੰਨੇ ਪਿਆਰ ਦੇ ਦਰਸ਼ਨ ਕਰ ਰਹੇ ਨੇ। ਦਰਸ਼ਨ ਕਰਤ ਪਿੰਡ ਸਭ ਭੁੱਲੀ, ਮਤਲਬ ਕਿ ਰਿਸ਼ਤਾ ਜਿਹੜਾ ਆਪਣਾ ਸਰੀਰ ਦਾ ਜਿਹੜਾ ਸੀ ਉਹ ਭੁੱਲ ਗਿਆ ਕਿ ਮੈਂ ਕਿੱਥੇ ਬੈਠੀ ਹਾਂ, ਕੌਣ ਮੇਰੇ ਸਾਹਮਣੇ ਬੈਠਾ ਹੈ। ਇੰਨੇ ਦਰਸ਼ਨ 'ਚ ਮਸਤ ਹੋ ਗਏ ਕਿ ਛਿੱਲ ਛਿੱਲ ਕੇ ਗੁੱਦਾ ਜਿਹੜਾ ਵਾ ਕੱਢ ਕੇ ਸਾਈਡ 'ਤੇ ਰੱਖੀ ਜਾਂਦੇ, ਛਿਲਕੇ ਪ੍ਰਭੂ ਨੂੰ ਫੜਾਈ ਜਾਣ। ਕਹਿ ਲਓ ਜੀ। ਤੇ ਅੱਗੇ ਉਹਨਾਂ ਦੀ ਵੀ ਲੀਲਾ, ਉਹ ਵੀ ਉਸੇ ਪ੍ਰੇਮ ਦੇ ਵਿੱਚ, ਕਿਉਂਕਿ ਉਹ ਤੇ ਪ੍ਰੇਮ ਦਾ ਸਾਗਰ ਨੇ, ਉਹ ਵੀ ਉਸੇ ਪ੍ਰੇਮ 'ਚੋਂ ਛਿਲਕੇ ਹੀ ਖਾਈ ਜਾ ਰਹੇ ਨੇ। ਛਿਲਕੇ ਖਾਈ ਜਾ ਰਹੇ ਨੇ ਤੇ ਕਹੀ ਜਾ ਰਹੇ ਨੇ, ਵਾਹ ਵਾਹ ਕਿਆ ਬਾਤ ਹੈ, ਕਿਆ ਬਾਤ ਹੈ। ਔਰ ਜਦੋਂ ਵਿਦੁਰ ਜੀ ਆਏ ਘਰ, ਕਿਹਾ ਉਹ ਕਮਲੀਏ ਕੀ ਕਰਦੀ ਪਈ ਆ ਤੂੰ ਛਿਲਕੇ ਖਵਾਈ ਜਾਂਦੀ ਹੈ ਪ੍ਰਭੂ ਨੂੰ। ਜਦੋਂ ਉਹਨੂੰ ਸਮਝਾਇਆ, ਜਦੋਂ ਹੋਸ਼ ਆ ਗਈ ਤੇ ਫਿਰ ਕੇਲਾ ਖਵਾਉਣਾ ਸ਼ੁਰੂ ਕੀਤਾ ਤੇ ਕਹਿਣ ਲੱਗੇ, ਪ੍ਰਭੂ ਕਹਿੰਦੇ ਨਹੀਂ, ਉਹ ਸਵਾਦ ਨਹੀਂ ਹੈਗਾ ਹੁਣ ਉਹ 'ਚ, ਕਿਉਂਕਿ ਇਹ ਜਿਹੜੀ ਪ੍ਰੇਮ ਦੀ ਅਵਸਥਾ ਹੁੰਦੀ ਹੈ। ਅਸੀਂ ਸੋਚਦੇ ਹਾਂ, ਅਸੀਂ ਦਿਮਾਗੋਂ ਕੰਮ, ਅਸੀਂ ਕਹਿੰਦੇ ਦਿਮਾਗ ਤੇ ਸਤਿਗੁਰ ਕਹਿੰਦੇ ਹੁੰਦੇ ਸੀ ਵੀ ਜਦੋਂ ਆਪਣੇ ਗੁਰੂ ਦੇ ਪਾਸ ਜਾਂਦੇ ਹੋ ਦਿਮਾਗ ਬਾਹਰ ਰੱਖ ਕੇ ਆਓ। ਜਿੱਦਾਂ ਬਾਹਰ ਜੁੱਤੀ ਲਾ ਦਿੰਦੇ ਆ ਨਾ, ਇਸੇ ਤਰ੍ਹਾਂ ਉਹਨਾਂ ਨੇ ਕਹਿਣਾ ਕਿ ਦਿਮਾਗ, ਆਪਣੀ ਸੋਚ, ਆਪਣੀਆਂ ਜੋ ਚਲਾਕੀਆਂ ਬਾਹਰ ਰੱਖ ਕੇ ਆਓ, ਫਿਰ ਤੁਸੀਂ ਕੁਝ ਖੜ ਸਕਦੇ ਹੋ। ਭਾਂਡਾ ਖਾਲੀ ਕਰਕੇ ਲਿਆਓਗੇ। ਜੇ ਅਸੀਂ ਆਪਣੇ ਅੰਦਰ ਕਈ ਚੀਜ਼ਾਂ ਅਸੀਂ ਸੋਚਦੇ ਪਏ, ਇੱਦਾਂ ਕਰਾਂਗੇ, ਆਹ ਗੱਲ ਕਰਾਂਗੇ, ਇੱਦਾਂ ਪੁੱਛਾਂਗੇ, ਇੱਦਾਂ ਪਰਖਾਂਗੇ, ਇੱਦਾਂ ਚੀਜ਼ ਕਰਾਂਗੇ, ਫਿਰ ਉਹ ਚੀਜ਼ ਕਿੱਥੋਂ ਬਣੇਗੀ। ਇਸ ਕਰਕੇ ਲੈ ਕੇ ਕੌਣ ਜਾਂਦਾ ਹੈ? ਅਸੀਂ ਬਾਜ਼ਾਰ ਜਾਂਦੇ ਹਾਂ, ਘਰੋਂ ਥੈਲਾ ਖਾਲੀ ਲੈ ਕੇ ਜਾਂਦੇ ਹਾਂ, ਕਿਉਂਕਿ ਕੁਝ ਲੈਣ ਜਾ ਰਹੇ ਹਾਂ। ਇਸੇ ਤਰ੍ਹਾਂ ਆਪਣੀਆਂ ਜਿਹੜੀਆਂ ਚੀਜ਼ਾਂ ਨੇ ਉਹ ਜਿਹੜੇ ਬਾਹਰ ਰੱਖ ਕੇ ਜਦੋਂ ਜਾਵਾਂਗੇ ਤੇ ਸਤਿਗੁਰਾਂ ਦੀ ਦਇਆ ਨਾਲ, ਕਿਰਪਾ ਦੇ ਨਾਲ ਅਸੀਂ ਭਰ ਕੇ ਲਿਆਉਂਦੇ ਹਾਂ। ਇਸ ਕਰਕੇ ਉਹਨਾਂ ਨੇ ਕਿਹਾ ਕਿ ਸੇਵਾ ਕਰੋ ਪ੍ਰੇਮ ਸੇ ਗੁਰੂ ਕੀ। ਪ੍ਰੇਮ ਦੇ ਨਾਲ ਜਿਹੜਾ ਵੀ ਕੰਮ ਕਰਨਾ ਹੈ ਉਹ ਸੇਵਾ ਜਿਹੜੀ ਉਹ ਬਣਨੀ ਹੈ। ਹਾਂਜੀ। ਪ੍ਰੇਮੀ ਸੁਣੋ ਪ੍ਰੇਮ ਕੀ ਬਾਤ, ਸੇਵਾ ਕਰੋ ਪ੍ਰੇਮ ਸੇ ਗੁਰ ਕੀ, ਔਰ ਦਰਸ਼ਨ ਪਰ ਬਲ ਬਲ ਜਾਤ, ਬਚਨ ਪਿਆਰੇ ਗੁਰ ਕੇ ਐਸੇ, ਜਸ ਮਾਤਾ ਸੁਤ ਤੋਤਰੀ ਬਾਤ, ਹਾਂਜੀ ਅੱਗੇ। ਜਸ ਕਾਮੀ ਕੋ ਕਾਮਨ ਪਿਆਰੀ, ਅਸ ਗੁਰਮੁਖ ਕੋ ਗੁਰ ਕਾ ਗਾਤ। ਹੁਣ ਫਰਮਾ ਰਹੇ ਨੇ ਜਿਹੜੀ ਭਾਸ਼ਾ ਅਸੀਂ ਸਮਝਦੇ ਹਾਂ, ਕਿਉਂਕਿ ਜਿਸ ਤਰ੍ਹਾਂ ਸਾਡੇ ਸੰਸਾਰ ਦੇ ਵਿੱਚ ਅਲੱਗ-ਅਲੱਗ ਦੇਸ਼ ਦੀ ਅਲੱਗ-ਅਲੱਗ ਭਾਸ਼ਾ ਹੈ। ਭਾਸ਼ਾ ਬਾਹਰਲੀਆਂ ਅਲੱਗ ਹੋ ਸਕਦੀਆਂ ਨੇ, ਪਰ ਪ੍ਰੇਮ ਦੀ ਭਾਸ਼ਾ ਇੱਕੋ ਹੀ ਹੈ। ਕਿਉਂਕਿ ਪ੍ਰੇਮ ਲਫ਼ਜ਼ਾਂ ਨਾਲ ਨਹੀਂ ਬਿਆਨ ਹੋਣਾ। ਜੇ ਅਸੀਂ ਕਿਸੇ ਨੂੰ ਕਹੀਏ ਮੈਂ ਤੈਨੂੰ ਬਹੁਤ ਪਿਆਰ ਕਰਦਾ ਹੈ, ਤੇ ਉਹਦੇ ਨਾਲ ਉਹਨੂੰ ਸਮਝ ਨਹੀਂ ਲੱਗਣੀ। ਹੋ ਸਕਦਾ ਸਾਡੀ ਭਾਸ਼ਾ ਹੋਰ ਹੋਵੇ, ਉਹਦੀ ਭਾਸ਼ਾ ਹੋਰ ਹੋਵੇ, ਅਸੀਂ ਆਪਣੀ ਭਾਸ਼ਾ 'ਚ ਬੋਲਦੇ ਹਾਂ, ਉਹ ਸਮਝ ਨਾ ਰਿਹਾ ਹੋਵੇ, ਪਰ ਸਾਡੀਆਂ ਜੇ ਅੱਖਾਂ ਦੇ ਵਿੱਚ, ਸਾਡੇ ਉਸ ਵਿਵਹਾਰ ਦੇ ਵਿੱਚ ਉਹ ਚੀਜ਼ ਜਿਹੜੀ ਅਗਲੇ ਨੂੰ ਮਹਿਸੂਸ ਹੋ ਜਾਣੀ ਹੈ। ਪਸ਼ੂ ਜਾਨਵਰ ਜਿਹੜੇ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਦੇਖੋ ਉਹਨਾਂ ਨੂੰ ਸਾਡੀ ਭਾਸ਼ਾ ਦਾ ਪਤਾ ਹੈ। ਅਸੀਂ ਜਦੋਂ ਪਿਆਰ ਨਾਲ ਕੁੱਤੇ ਨੂੰ ਵੀ ਆਵਾਜ਼ ਮਾਰਦੇ ਹਾਂ ਨਾ, ਤੇ ਉਹ ਵੀ ਪੂਛ ਹਿਲਾਉਂਦਾ ਹੁੰਦਾ ਹੈ, ਉਹਨੂੰ ਵੀ ਸਮਝ ਲੱਗ ਜਾਂਦੀ ਹੈ ਕਿ ਮੈਨੂੰ ਪਿਆਰ ਨਾਲ। ਜਦੋਂ ਅਸੀਂ ਦੁਤਕਾਰਦੇ ਹਾਂ, ਉਹਨੂੰ ਪਤਾ ਲੱਗ ਜਾਂਦਾ ਇਹ ਖਫਾ ਨੇ, ਉਸੇ ਵੇਲੇ ਭੱਜਦਾ। ਉਹ ਸਾਡੀ ਗੱਲ ਨੂੰ ਸਮਝ ਨਹੀਂ ਰਿਹਾ, ਪਰ ਉਹ ਸਾਡੇ ਅੰਦਰਲੀ ਜਿਹੜੀ ਅੰਦਰਲੀ ਵਾਈਬ੍ਰੇਸ਼ਨ ਜਿਹੜੀ ਉਹਨੂੰ ਸਮਝ ਰਿਹਾ ਹੈ ਕਿ ਬਈ ਇਹ ਕੀ ਕਹਿ ਰਿਹਾ। ਪ੍ਰੇਮ ਦੀ ਜਿਹੜੀ ਆ ਭਾਸ਼ਾ,
ਇਹ ਹਰ ਥਾਂ ਤੇ ਚੱਲਦੀ ਹੈ। ਪ੍ਰੇਮ ਹਰ ਜਗ੍ਹਾ ਤੇ ਹੀ ਹੈ। ਇਸ ਕਰਕੇ ਉਹਨੇ ਫਰਮਾਇਆ ਕਿ ਜਸ ਕਾਮੀ ਕੋ ਕਾਮਨ ਪਿਆਰੀ, ਕਿਉਂਕਿ ਜਿਹੜੀ ਭਾਸ਼ਾ 'ਚ ਅਸੀਂ ਸਮਝਦੇ ਪਏ ਹਾਂ, ਕਿਉਂਕਿ ਸੰਸਾਰੀ ਰਿਸ਼ਤੇ ਸਾਨੂੰ ਇਹਨਾਂ ਨਾਤਿਆਂ ਦਾ ਪਤਾ ਹੈ। ਬਾਕੀ ਜਿਹੜੀ ਪ੍ਰੇਮ ਦੀ ਜਿਹੜੀ ਗੱਲ ਸਤਿਗੁਰ ਕਰ ਰਹੇ ਨੇ, ਸੱਚਾ ਜਿਹਨੂੰ ਜਾਂ ਉੱਚਾ ਪ੍ਰੇਮ ਦੀ ਗੱਲ ਕਰ ਰਹੇ ਨੇ, ਅਸੀਂ ਕਹਿੰਦੇ ਹਾਂ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਹੈ ਕਿ ਮੈਂ ਤਾਂ ਪੂਰਾ ਪ੍ਰੇਮ ਕਰਦਾ ਹੈ, ਮੈਂ ਤਾਂ ਆਪਣੇ ਸਤਿਗੁਰ ਨਾਲ ਮੇਰਾ ਬੜਾ ਪ੍ਰੇਮ ਹੈ। ਪਰ ਜਦੋਂ ਜਦੋਂ ਉਹ ਰਸਤਾ ਆਉਂਦਾ, ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਵਿਸਾਖੀ ਵਾਲੇ ਦਿਨ ਜਦੋਂ ਉਹਨਾਂ ਨੇ 5 ਪਿਆਰਿਆਂ ਦੀ ਚੋਣ ਕੀਤੀ, ਉਹਨਾਂ ਨੇ ਕਿਹਾ ਕਿ ਬਈ ਇੰਨੀ ਸੰਗਤ ਸੀ, ਕਿਹਾ ਕਿ ਮੈਨੂੰ ਇੱਕ ਸਿੱਖ ਦਾ ਸਿਰ ਚਾਹੀਦਾ, ਮੈਨੂੰ ਦਿਓ। ਲੁਕਣੇ ਸ਼ੁਰੂ ਹੋ ਗਏ ਸੀ ਸਾਰੇ ਉੱਥੇ। ਉਹ ਅੱਗੋਂ ਪਿੱਛੋਂ ਅਸੀਂ ਜ਼ਰੂਰ ਕਹਿੰਦੇ ਹਾਂ। ਇੱਕ ਟਾਈਮ ਐਸਾ ਆਇਆ ਕਿ ਜਿਹੜੇ ਸਿੱਖ ਸੀ ਬਦਾਵੇ ਲਿਖ ਕੇ ਦੇ ਗਏ ਕਿ ਸਤਿਗੁਰਾਂ ਨੂੰ ਕਿ ਅਸੀਂ ਤੁਹਾਡੇ ਕੋਲ ਭੁੱਖੇ ਮਰਨ ਵਾਸਤੇ ਆਏ ਹਾਂ। ਲਿਖ ਕੇ ਦੇ ਦਿੱਤਾ ਕਿ ਅਸੀਂ ਤੁਹਾਡੇ ਸਿੱਖ ਨਹੀਂ ਹਾਂ, ਤੁਸੀਂ ਸਾਡੇ ਸਤਿਗੁਰ ਨਹੀਂ। ਇਸੇ ਤਰ੍ਹਾਂ ਸਾਡੇ ਜੀਵਨ ਦੇ ਵਿੱਚ ਕਈ ਐਸੇ ਘਟਨਾਵਾਂ ਹੁੰਦੀਆਂ, ਕਈ ਦੁੱਖ ਸੁੱਖ ਆਉਂਦੇ ਨੇ, ਕਈ ਉਤਾਰ ਚੜਾਵ ਆਉਂਦੇ ਨੇ, ਜਿਹੜੇ ਜ਼ੁਬਾਨ ਨਾਲ ਅਸੀਂ ਉਹਨਾਂ ਨੂੰ ਪ੍ਰਭੂ ਕਹਿ ਰਹੇ ਹਾਂ, ਗਿਰਧਰ ਕਹਿ ਰਹੇ, ਠਾਕੁਰ ਕਹਿ ਰਹੇ ਹਾਂ, ਸਤਿਗੁਰ ਕਹਿ ਰਹੇ ਹਾਂ, ਵਾਹਿਗੁਰੂ ਕਹਿ ਰਹੇ ਹਾਂ, ਉਸੇ ਜ਼ੁਬਾਨ ਦੇ ਨਾਲ ਹੀ ਅਸੀਂ ਕਈ ਕੁਛ ਬੋਲ ਜਾਂਦੇ ਹਾਂ। ਉਹੀ ਜਿਹੜੀ ਭਾਵਨਾ ਨਾਲ ਰੱਖ ਕੇ ਅੰਦਰ ਅਸੀਂ ਕਹਿ ਰਹੇ ਅਸੀਂ ਸੇਵਾ ਕਰਦੇ ਪਏ ਹਾਂ, ਉਹ ਭਾਵਨਾ ਕਿਤੇ, ਜਿਸ ਤਰ੍ਹਾਂ ਪਿੱਛੇ ਵੀ ਇੱਕ ਸਤਸੰਗ 'ਚ ਵਚਨ ਆਏ ਸੀ ਕਿ ਅਸੀਂ ਉਹਨਾਂ ਨੂੰ ਹੀ ਕਈ ਤਰ੍ਹਾਂ ਦੀਆਂ ਚੀਜ਼ਾਂ ਦੁੱਖ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਲਈ ਉਹਨਾਂ ਨੇ ਜਿਸ ਭਾਸ਼ਾ ਨੂੰ ਅਸੀਂ ਸਮਝਦੇ ਹਾਂ ਕਿ ਕਿਹੜਾ ਪਿਆਰ ਦੀ ਗੱਲ, ਕਿ ਕਿਸ ਤਰ੍ਹਾਂ ਦਾ ਥੋੜ੍ਹਾ ਬਹੁਤਾ ਮਹਿਸੂਸ, ਮੈਂ ਪਹਿਲਾਂ ਕਿਹਾ ਕਿ ਲਫ਼ਜ਼ਾਂ 'ਚ ਉਹ ਆ ਨਹੀਂ ਸਕਦਾ, ਪਰ ਥੋੜ੍ਹਾ ਜਿਹਾ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਕਹਿੰਦੇ ਬਚਨ ਪਿਆਰੇ ਗੁਰੂ ਕੇ ਐਸੇ ਜਸ ਮਾਤਾ ਸੁਤ ਤੋਤਰੀ ਬਾਤ। ਬਚਨ ਕਹਿੰਦੇ ਸਤਿਗੁਰਾਂ ਦੇ ਬਚਨ ਕਿਸੇ ਵੀ ਤਰ੍ਹਾਂ ਦੇ ਭਾਵੇਂ ਕਹਿੰਦੇ ਸਾਨੂੰ ਕਿੱਦਾਂ ਸਿੱਖ ਨੂੰ ਪਿਆਰੇ ਲੱਗਣੇ ਚਾਹੀਦੇ ਨੇ। ਕਹਿੰਦੇ ਜਸ ਮਾਤਾ ਸੰਗ ਤੋਤਰੀ ਬਾਤ, ਮਾਤਾ ਸੁਤ, ਸੁਤ ਕਹਿੰਦੇ ਬੱਚੇ ਨੂੰ। ਜਿਸ ਤਰ੍ਹਾਂ ਇੱਕ ਬੱਚਾ ਛੋਟਾ ਜਿਹਾ, ਉਹਦੀ ਭਾਸ਼ਾ ਨਹੀਂ, ਉਹਨੂੰ ਵਿਚਾਰੇ ਨੂੰ ਪਤਾ ਹੀ ਨਹੀਂ ਕੀ ਬੋਲਦਾ, ਕੀ ਕਰਦਾ ਹੈ। ਮਾਂ ਨੂੰ ਉਹਦੇ ਨਾਲ ਪਿਆਰ ਹੁੰਦਾ ਹੈ। ਮਾਂ ਉਹਦੀਆਂ ਤੋਤਲੀਆਂ ਮੋਤਲੀਆਂ ਗੱਲਾਂ ਨੂੰ ਵੀ ਆਪਣੇ ਮਤਲਬ ਨਾਲ ਢਾਲੀ ਜਾਂਦੀ ਹੈ। ਮਾਂ ਮਾਂ ਕਹਿੰਦਾ ਪਿਆ ਹੈ, ਇਹ ਭੂਆ ਕਹਿੰਦਾ ਪਿਆ ਹੈ, ਇਹ ਰੋਟੀ ਕਹਿੰਦਾ ਪਿਆ ਹੈ। ਉਹਨੂੰ ਕੋਈ ਉਹਦਾ ਮਤਲਬ ਕਿਸੇ ਨੂੰ ਹੋਰ ਕਿਸੇ ਨੂੰ ਸਮਝ ਨਾ ਲੱਗੇ, ਪਰ ਮਾਂ ਨੂੰ ਸਾਰੀ ਸਮਝ ਲੱਗਦੀ ਹੈ। ਨਾ ਵੀ ਉਹ ਹਰ ਚੀਜ਼ ਦਾ ਕੋਈ ਨਾ ਕੋਈ ਬਣਾਈ ਜਾਂਦੀ ਹੈ ਕਿ ਐਸ ਕਰਕੇ। ਇਸੇ ਤਰ੍ਹਾਂ ਜਦੋਂ ਜਿਸ ਤਰ੍ਹਾਂ ਅਸੀਂ ਕਹਿ ਦਿੰਦੇ ਹਾਂ ਕਿ ਲੀਲਾ ਕੀਤੀ, ਸ਼੍ਰੀ ਰਾਮ ਚੰਦਰ ਜੀ ਨੇ ਲੀਲਾ ਕੀਤੀ, ਕ੍ਰਿਸ਼ਨ ਜੀ ਨੇ ਲੀਲਾ ਕੀਤੀ, ਕਬੀਰ ਸਾਹਿਬ ਨੇ ਲੀਲਾ ਕੀਤੀ, ਬਾਕੀਆਂ ਸਤਿਗੁਰਾਂ ਨੇ ਲੀਲਾ। ਉਹ ਲੀਲਾ ਕਿਹਦੇ ਵਾਸਤੇ? ਸਿੱਖ ਵਾਸਤੇ ਹੁੰਦੀ ਹੈ, ਸੰਸਾਰ ਵਾਸਤੇ ਨਹੀਂ। ਸੰਸਾਰ ਕਹਿੰਦਾ ਆਹ ਲੀਲਾ, ਇਹ ਕਾਹਦੀ ਲੀਲਾ? ਲਓ ਜੀ ਉਹਨਾਂ ਨੇ ਇਉਂ ਕੀਤਾ, ਇਹ ਲੀਲਾ ਹੈ। ਕਿਉਂਕਿ ਜਿਹਨੂੰ ਪ੍ਰੇਮ ਹੁੰਦਾ ਹੈ ਉਹ ਉਹਨਾਂ ਦੀ ਹਰ ਚੀਜ਼ ਦਾ ਮਤਲਬ ਕੱਢਦਾ ਹੈ। ਜੇ ਉਹ ਸੁੱਤੇ ਨੇ ਤਾਂ ਵੀ ਉਹਦਾ ਕੁਛ ਨਾ ਕੁਛ ਆਪੇ ਪਿਆਰ ਨਾਲ ਮਤਲਬ ਬਣਾ ਲੈਂਦਾ ਹੈ। ਜੇ ਜਾਗਦੇ ਨੇ ਤਾਂ ਵੀ ਮਤਲਬ, ਜੇ ਉਹ ਕੁਛ ਵੀ ਆ, ਜਿਸ ਤਰ੍ਹਾਂ ਅਸੀਂ ਕਹਿ ਦਿੰਦੇ ਹਾਂ ਪ੍ਰੇਮ ਨਾਲ, ਕੋਈ ਕਹਿੰਦਾ ਕਿ ਜਦੋਂ ਸਭ ਕੁਝ ਚੱਲ ਰਿਹਾ ਹੁੰਦਾ ਹੈ, ਅਸੀਂ ਦੇਖਦੇ ਹਾਂ ਕਿ ਸਤਿਗੁਰ ਠੀਕ ਠਾਕ ਤੰਦਰੁਸਤ, ਫਿਰ ਅਸੀਂ ਕਹਿੰਦੇ ਹਾਂ ਲੈ ਸਤਿਗੁਰਾਂ ਨੂੰ ਕਦੀ ਕੁਛ ਨਹੀਂ ਹੁੰਦਾ। ਜੇ ਕਿਤੇ ਬਿਮਾਰ ਹੋ ਜਾਂਦੇ ਆ, ਕੋਈ ਦਵਾਈ ਲੈਂਦੇ ਆ, ਇਹ ਸਾਡਾ ਹੀ ਭਾਰ ਚੁੱਕ ਲਿਆ ਇਹਨਾਂ ਨੇ। ਪ੍ਰੇਮ ਹੈ, ਪ੍ਰੇਮ ਹੈ, ਤੇ ਅਸੀਂ ਪ੍ਰੇਮ ਦੇ ਵਿੱਚ ਅਸੀਂ ਆਪੇ ਹੀ ਉਹਨਾਂ ਨੂੰ ਕੋਈ ਨਾ ਕੋਈ ਬਣਾਈ ਜਾਂਦੇ ਹਾਂ। ਜਿੱਥੇ ਪ੍ਰੇਮ ਨਹੀਂ ਹੁੰਦਾ ਉੱਥੇ ਉਹ ਕੀ ਕਹਿੰਦੇ ਨੇ, ਹੁਣ ਡਾਕਟਰ ਕੋਲ, ਡਾਕਟਰ ਕਹਿੰਦਾ ਤੁਸੀਂ ਪਰਹੇਜ਼ ਨਹੀਂ ਕਰਦੇ, ਤੁਸੀਂ ਤਾਂ ਠੀਕ ਨਹੀਂ, ਤੁਸੀਂ ਆਹ ਨਹੀਂ ਕਰਦੇ, ਉਹ ਨਹੀਂ ਕਰਦੇ, ਤੁਸੀਂ ਆਹ ਕਰੋ। ਪਰ ਇਹ ਮਾਰਗ ਜਿਹੜਾ ਮੈਂ ਪਹਿਲਾਂ ਦੱਸਿਆ ਪ੍ਰੇਮ ਦਾ, ਉਹਨਾਂ ਨੇ ਤਾਂ ਦੱਸਿਆ ਕਿਹਾ ਕਿ ਬਚਨ ਪਿਆਰੇ ਗੁਰ ਕੇ ਐਸੇ ਜਸ ਮਾਤ। ਜਿਸ ਤਰ੍ਹਾਂ ਅਸੀਂ ਸਤਸੰਗ ਸੁਣਦੇ ਹਾਂ, ਕਈ ਵਾਰੀ ਕਹਿੰਦੇ ਉਹ ਸਤਸੰਗ ਬੜਾ ਵਧੀਆ ਸੀ, ਇਹਦਾ ਮਤਲਬ ਕਿ ਕੋਈ ਵਧੀਆ ਸੀ ਤੇ ਕੋਈ ਮਾੜਾ ਵੀ ਹੋਏਗਾ। ਪਰ ਉਹ ਫਿਰ ਸਤਸੰਗ ਕਾਹਦਾ ਹੋ ਗਿਆ ਜੇ ਕੋਈ ਚੰਗਾ ਜਾਂ ਮਾੜਾ? ਸਤਸੰਗ ਤਾਂ ਸਤਸੰਗ ਹੈ। ਸਤਸੰਗ ਦਾ ਮਤਲਬ ਸੱਚ, ਜੋ ਸੱਚ ਹੈ ਉਹ ਕੜਵਾ ਹੋਵੇ, ਉਹ ਮਿੱਠਾ ਹੋਵੇ, ਸੱਚ ਸੱਚ ਹੀ ਹੈ। ਠੀਕ ਹੈ ਨਾ। ਅੱਗੇ ਉਹਨੇ ਫਰਮਾਇਆ ਕਿ ਜਸ ਕਾਮੀ ਕੋ ਕਾਮਨ ਪਿਆਰੇ, ਅਸ ਗੁਰਮੁਖ ਕੋ ਗੁਰੂ ਕਾ ਗਾਤ। ਗਾਤ ਕਹਿੰਦੇ ਨੇ ਇਸ ਦੇਹ ਨੂੰ, ਇਹ ਸਾਡੀ ਬੋਡੀ ਨੂੰ। ਉਹ ਕਹਿੰਦੇ ਜਸ ਕਾਮੀ ਕੋ ਕਾਮਨ ਪਿਆਰੀ। ਜਿਸ ਤਰ੍ਹਾਂ ਇੱਕ ਕਾਮੀ ਨੂੰ ਕਾਮਨ ਨਾਲ ਪਿਆਰ ਹੁੰਦਾ, ਬਾਹਰੋਂ ਇੱਕ ਅਸੀਂ ਪੁਰਸ਼ ਨੂੰ ਇਸਤਰੀ ਦੇ ਨਾਲ ਕਹਿ ਦਿੰਦੇ ਹਾਂ, ਜਿਸ ਤਰ੍ਹਾਂ ਵੀ ਉਹਨੂੰ ਪਿਆਰ ਹੈ, ਤੇ ਉਹ ਹਰ ਵੇਲੇ ਇੰਨਾ ਉਹਦੀ ਉਸ ਚੀਜ਼ ਤੇ ਮੋਹਿਤ ਹੁੰਦਾ ਹੈ ਕਿ ਠੀਕ ਹੈ, ਹਰ ਵੇਲੇ ਕਹਿੰਦਾ ਕਿ ਮੇਰੇ ਸਾਹਮਣੇ, ਨਜ਼ਰਾਂ ਦੇ ਸਾਹਮਣੇ ਰਵੇ। ਉਹਨੂੰ ਜਰਾ ਜਿਹਾ ਦੁੱਖ ਹੋਵੇ, ਉਹਨੂੰ ਮਾੜਾ ਜਿਹਾ ਪਤਾ ਲੱਗਦਾ ਹੈ। ਜਿਹਨੂੰ ਪਿਆਰ, ਜਿਸ ਤਰ੍ਹਾਂ ਅਸੀਂ ਕਿਸੇ ਦੀ ਵੀ ਗੱਲ ਕਰ ਲਈ, ਲੈਲਾ ਮਜਨੂ ਦੀ ਗੱਲ ਕਰ ਲਈ, ਹੀਰ ਰਾਂਝੇ ਦੀ ਗੱਲ ਕਰ ਲਈ ਕਿਸੇ ਦੀ, ਤੇ ਅਸੀਂ ਕਿਸ ਤਰ੍ਹਾਂ ਉਹਨਾਂ ਨੂੰ ਹੁੰਦਾ ਹੈ। ਕਹਿੰਦੇ ਆ ਉਹ ਕਿਤੇ ਮਰਿਆ, ਉਹ ਕਿਤੇ ਉੱਥੇ ਪ੍ਰਾਣ ਛੱਡ ਦਿੱਤੇ ਸੁਣ ਕੇ, ਅੱਛਾ ਬਈ ਉਹ ਮੇਰਾ ਪ੍ਰੇਮੀ ਨਹੀਂ ਰਿਹਾ। ਅੰਦਰ ਹੌਕਾ ਹੀ ਇੰਨਾ ਕਿ ਠੀਕ ਹੈ, ਇਹ ਹੈ ਪ੍ਰੇਮ। ਪਿੱਛੇ ਕਈ ਐਸੀ ਸਾਖੀਆਂ ਸੰਤਾਂ ਨੇ ਪੜ੍ਹਦੇ ਹਾਂ ਕਿ ਜਦੋਂ ਉਹਨਾਂ ਨੂੰ ਉਹ ਡੋਰ ਜੁੜੀ ਸੀ, ਜਦੋਂ ਉਹਨਾਂ ਨੂੰ ਪਤਾ ਲੱਗਾ, ਨਾਲ ਹੀ ਹੌਕਾ ਨਿਕਲ ਗਿਆ। ਇਸੇ ਤਰ੍ਹਾਂ ਹੀ ਉਹ ਕਹਿੰਦੇ ਕਿ ਇਸ ਤਰ੍ਹਾਂ ਦਾ ਪਿਆਰ, ਜਿਸ ਤਰ੍ਹਾਂ ਦਾ ਸਾਡੇ ਬਾਹਰ, ਜਿਸ ਤਰ੍ਹਾਂ ਅਸੀਂ ਸੰਸਾਰੀ ਤੌਰ 'ਤੇ ਸਾਡੇ ਘਰ ਦੇ ਬੱਚੇ, ਪਤੀ ਪਤਨੀ, ਹੋਰ ਜਿਹੜੇ ਰਿਸ਼ਤੇ ਨਾਤੇ ਜਿਨ੍ਹਾਂ ਨਾਲ ਅਸੀਂ ਪਿਆਰ ਕਰਦੇ ਹਾਂ, ਅਸੀਂ ਸੋਚ ਕੇ ਦੇਖੀਏ ਕਦੀ ਗੁਰੂ ਨਾਲ ਇੰਨਾ ਪਿਆਰ ਹੋਇਆ ਸਾਨੂੰ? ਕਿ ਸਵਾਮੀ ਜੀ ਨੇ ਸਾਫ਼ ਹੀ ਫਰਮਾ ਦਿੱਤਾ, ਉਹਨੇ ਕਿਹਾ ਕਿ ਜਿਤਨਾ ਹੇਤ ਕੁਟੰਬ ਸੇ
कुटुंब अपने घर परिवार में कहते जितना हेतु कुटुंब से इतना गुरु से होए, सीधा जाए सतलोक को पल्ला ना पकड़े कोई। सिर्फ गल प्रेम की है। बाकी जो साडा भजन सिमरन की कहते जे क्या पिद्दी का शोरवा, किन्ने असीं पाप करते हैं, किन्ने असीं पुण्य करते, सानूं भी तो पता ही है। किन्नी वारी असीं नाम लैंदे ते किन्नी वारी असीं होर गल्लां करते हैं। लेखे कदे ना छुटिए खिन खिन भुल्लर हार। जे लेखे च आ जाए गल कि वो लेखा करन लग पैण, तो फिर असीं कदी छुट नहीं सकते। पर प्रेम दे विच वड्डे वड्डे आ जिहड़े गुनाही भी जिहड़े एक पल दे विच जिहड़े असीं उसे वेले तर गए। इस करके सतगुर सानूं प्रेम ते जोर दिंदे आ कि प्रेम वाली भावना बनाइए, प्रेम अपने अंदर लियाइए, होर कुछ नहीं है। और जो सानूं प्रेम आ जाता है ना, फिर सानूं अपना बगाना नहीं कोई दिसदा। नहीं तो अपने वास्ते तो हर को प्रेम है, आ मेरा रिश्तेदार है, आ मेरा यार दोस्त है, आ मेरा ये वो प्रेम है। तो जदों वो भावना अंदर प्यार, जिहड़ा सच्चा प्यार जो साडे अंदर प्रभु जगाउंदा है, वो जोत जगाउंदा है ना, फिर सानूं हर एक दे नाल प्यार, हर एक दा दुख अपना दुख, हर एक दी जिहड़ी जरूरत अपनी जरूरत। फिर सानूं पता लगता है कि नहीं बई, जिस तरह वो नामदेव जी कुत्ते दे मगर कहंदे सी, वो कटोरा लैके भज पे कि प्रभु सुक्की रोटी खाओगे, घ्यो लगा लो थोड़ा जिहा। सानूं बंदे च बंदा नहीं दिसदा, उन्हां नूं कुकर दे विच भी भगवान नज़र आए। पर वो कित्थे भगवान तो ठीक है हर जगह के अंदर ही है, पर साडी भावना साडा जिस तरह का जो साडे अंदर जागदा है, फिर पता लगता है। हाँ जी बेटे, अगे बेटे। खाते पीते चलते फिरते सोवत जागत बिसर ना जात खटकत रहे पाल ज्यों हियरे दर्दी के ज्यों दर्द समात। ਹੁਣ ਕਹਿੰਦੇ ਨੇ ਕਿ ਪ੍ਰੇਮ ਦੀ ਅਵਸਥਾ ਤੇ ਮਿਲ ਗਈ, ਪ੍ਰੇਮ ਅਸੀਂ ਕਹਿੰਦੇ ਆ ਸਾਡੇ ਸਾਰਿਆਂ 'ਚ ਸਾਨੂੰ ਹੁੰਦਾ ਹੈ, ਪਰ ਉਹ ਕਹਿੰਦੇ ਕਿ ਪ੍ਰੇਮ ਕਦੋਂ ਤੱਕ ਚਾਹੀਦਾ ਹੈ। ਕਈ ਵਾਰੀ ਅਸੀਂ ਕਹਿ ਦਿੰਦੇ ਆ ਮੈਂ ਤਾਂ ਬੜਾ ਪ੍ਰੇਮ ਕੀਤਾ ਜੀ ਉਹਦੇ ਨਾਲ, ਉਹਨੇ ਨਹੀਂ ਇਦਾਂ, ਤੇ ਮੈਂ ਫਿਰ ਬਦਲ ਗਿਆ। ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਹੈ ਕਿ ਇਸ ਤਰ੍ਹਾਂ ਦਾ ਪ੍ਰੇਮ ਨਹੀਂ ਹੁੰਦਾ। प्रेम आया ही नहीं कदे। कबीर साहब ने फरमाया आया प्रेम कहाँ गया, देखा था सब कोई। कहते कितने वो प्रेम केड़ा कितने गया है। फिर उन्होंने एक जगह कहा कि छिन्नवे बड़े छिन्नवे गटे वो तो प्रेम ना ही। प्रेम इस तरह का नहीं होंदा कि जिहड़ा शर्तां दे उत्ते चल रहा है। एक प्यार है, एक विहार है। विहार दे विच लैना देना हुंदा है कि मैं दिता है तो मैं लैना है। प्यार दे विच ते देना ही देना है, लैण दी ते कोई है ही नहीं। जे असीं ये सोचते हैं कि मेरी चीज़ दे नाल कोई खुश होवे तो फिर मैनूं उहदा सुख मिले, ये भी प्यार नहीं हैगा। उहदे बदले कुछ नहीं, अपना सुख नहीं, कोई दुख नहीं, कुछ नहीं, देता बस। जिस तरह कहते नेकी कर दरिया में डाल, वो कहदे वास्ते क्या है, वो नेकी करदी है जिहड़े मगरों असीं चाह रख लई कि मैं देखो आ कीता हुण मैनूं भी ते आ मिले, ये नेकी नहीं हैगी। इसे तरह ही प्रेम, सतगुर सानूं प्रेम करते हैं। कदी सोचिए कदी सतगुरां ने सानूं लांभा दिता होवे कदी कि देखी मैं तो तेरियां इन्नियां बेनतियां सुनियां ते तूं की करदा पिया, तू मेरी गल नहीं मनदा। ਉਹਦਾ ਇਹੋ ਹੀ ਗੁਣ ਹੈ ਪ੍ਰਭੂ ਦਾ। ਉਹ ਕਹਿੰਦੇ ਜੋ ਦਿਆ ਦਿਆ ਜੋ ਕਹਾ ਕਹਾ ਇੱਕ ਬਾਤ ਸੰਤੋਂ ਮੈਂ। ਉਹ ਦੇਖ ਕੇ ਮੰਗਦੇ ਨਹੀਂ ਕੋਈ ਚੀਜ਼ ਕਿ ਮੈਂ ਤੈਨੂੰ ਆ ਦਿੱਤਾ ਤੇ ਹੁਣ ਮੈਂ ਲਿਆ, ਤੂੰ ਨਹੀਂ ਕਰਦਾ ਤੇ ਮੈਨੂੰ ਮੋੜ ਦੇ। ਜੋ ਕਰ ਦਿੱਤਾ ਕਰ ਦਿੱਤਾ। ਉਹ ਉਸ ਚੀਜ਼ ਨੂੰ ਯਾਦ ਹੀ ਨਹੀਂ ਰੱਖਦੇ ਕਿਸੇ ਚੀਜ਼ ਨੂੰ। ਇਸ ਕਰਕੇ ਜੇ ਅਸੀਂ ਕਹਿੰਦੇ ਹਾਂ ਕਿ ਅਸੀਂ ਸਤਿਗੁਰਾਂ ਦੇ ਬੱਚੇ ਹਾਂ ਤੇ ਕਹਿੰਦੇ ਆ ਨਾ ਬੱਲੇ ਦਾ ਬੱਲਾ ਨਹੀਂ ਤੇ ਮੱਥੇ ਫੁੱਲੀ ਤਾਂ ਹੋਵੇ। ਜੇ ਅਸੀਂ ਉਹਦੇ ਕਹਿੰਦੇ ਆ ਤੇ ਥੋੜਾ ਬਹੁਤਾ ਕੋਈ ਚੀਜ਼ ਜਿਸ ਤਰ੍ਹਾਂ ਅਸੀਂ ਸੰਸਾਰੀ ਤੌਰ ਤੇ ਬੱਚਿਆਂ ਦੇ ਕਹਿੰਦੇ ਇਹਦੇ ਬੜੇ ਨੈਣ ਨਕਸ਼ ਆਪਣੇ ਪਿਓ ਨਾਲ ਰਲਦੇ ਆ, ਇਹ ਤੇ ਆਪਣੇ ਪਿਓ ਤੇ ਹੀ ਗਿਆ, ਇਹ ਆਪਣੀ ਮਾਂ ਤੇ ਗਿਆ। ਤੇ ਜੇ ਅਸੀਂ ਆਪਣੇ ਆਪ ਨੂੰ ਸਤਿਗੁਰੂ ਦਾ ਬੱਚਾ ਕਹਿੰਦੇ ਆ ਤੇ ਕੁਛ ਨਾ ਕੁਛ ਤੇ ਸਾਡਾ ਰਲੇ ਉਹਨਾਂ ਨਾਲ। ਜੇ ਸਾਡਾ ਕੋਈ ਰਲਦਾ ਹੀ ਨਹੀਂ ਪਿਆ ਤੇ ਫਿਰ ਅਗਲਾ ਗੱਲ ਹੀ ਕਰੇਗਾ ਕਿ ਬਈ ਇਹ ਕਿਹਦਾ ਬੱਚਾ। ਇਸ ਕਰਕੇ ਮੈਂ ਕਿਹਾ ਕਿ ਖਾਤੇ ਪੀਤੇ ਚਲਤੇ ਫਿਰਤੇ ਸੋਵਤ ਜਾਗਤ ਬਿਸਰਨਾ ਜਾਤ।
ਬਸ ਉਸ ਪ੍ਰਭੂ ਨੂੰ, ਪਰਮੇਸ਼ਵਰ ਨੂੰ ਇਹ ਨਹੀਂ ਕਿ ਸਵੇਰੇ ਅੱਧਾ ਘੰਟਾ ਮੰਦਿਰ 'ਚ ਬੈਠੇ ਤੇ ਅੱਧਾ ਘੰਟਾ ਕੋਈ ਕੰਮ ਉਹਦੀ ਭਗਤੀ ਕਰ ਲਈਏ ਤੇ ਹੁਣ ਸਾਰਾ ਦਿਨ ਲਾਇਸੈਂਸ ਮਿਲ ਗਿਆ ਜੋ ਮਰਜ਼ੀ ਕਰੀਏ। ਸਾਰਾ ਦਿਨ ਉਹਨੂੰ ਯਾਦ ਰੱਖਣਾ ਹੈ। ਸਾਡੇ ਕੋਲ ਕੋਈ ਐਸਾ ਕਰਮ ਮਾੜਾ ਨਾ ਹੋਵੇ ਕਿ ਜਿਹੜਾ ਕਰਮ ਉਦੋਂ ਹੀ ਹੋਣਾ ਜਦੋਂ ਅਸੀਂ ਪ੍ਰਭੂ ਨੂੰ ਭੁੱਲਣਾ ਹੈ। ਜੇ ਸਾਨੂੰ ਯਾਦ ਰਹੇਗਾ ਹਰ ਵੇਲੇ ਕਿ ਉਹ ਪ੍ਰਭੂ ਮੇਰੇ ਨਾਲ ਸਾਹ ਨਾਲ ਸਾਹ ਲੈ ਰਿਹਾ ਹੈ, ਉਹ ਮੇਰੇ ਨਾਲ ਹੈ, ਫਿਰ ਅਸੀਂ ਮਾੜਾ ਕਰਮ ਨਹੀਂ ਕਰ ਸਕਦੇ ਕੋਈ ਵੀ। ਇਸ ਕਰਕੇ ਨਾ ਖਾਤੇ ਪੀਤੇ ਚਲਤੇ ਫਿਰਤੇ ਸੋਵਤ ਜਾਗਤ ਬਿਸਰਨਾ ਜਾਤ ਖਟਕਤ ਰਹੇ ਬਾਲ ਜਿਉ ਹੇਰੇ ਜਿਉ ਦਰਦੀ ਕੇ ਦਰਦ ਸਮਾਤ। ਕਹਿੰਦੇ ਜਿਸ ਤਰ੍ਹਾਂ ਕੋਈ ਤੀਰ ਤੇ ਭਾਲਾ ਛਾਤੀ 'ਚ ਵੱਜਾ ਹੋਵੇ ਤੇ ਉਹਨੂੰ ਜਿਹਨੂੰ ਜ਼ਖਮ ਹੋਇਆ ਹੋਵੇ ਜਾਂ ਜੰਗ 'ਚ ਲੜਦਿਆਂ ਛਾਤੀ 'ਚ ਕੋਈ ਐਸਾ ਖੰਜਰ ਵੱਜਾ ਹੋਵੇ ਤੇ ਉਹਨੂੰ ਕਹੀਏ ਲਿਆ ਸਮੋਸੇ ਖਾ ਲਾ, ਉਹਨੂੰ ਸਮੋਸੇ ਚੰਗੇ ਲੱਗਦੇ ਹੋ ਵੇਲੇ। ਉਹਨੂੰ ਕਹੀਏ ਤੂੰ ਗੁਲਾਬ ਜਾਮੁਨ ਖਾ ਲਾ, ਤੇਰੇ ਵਾਸਤੇ ਮੈਂ ਆਹ ਬਣਾਇਆ ਵਾ, ਉਸ ਵੇਲੇ ਨਹੀਂ ਚੰਗਾ ਲੱਗਦਾ। ਉਹਨੂੰ ਤੇ ਉਸ ਦਰਦ ਨੇ ਉਹਦਾ ਧਿਆਨ ਖਿੱਚਿਆ ਪਿਆ ਆ, ਉਹਦੇ ਮਗਰ ਭਾਵੇਂ ਜਿਹੜੀ ਉਹਦੇ ਸਾਹਮਣੇ ਜਿਹੜੀ ਮਰਜ਼ੀ ਵਧੀਆ ਚੀਜ਼ ਲੈ ਆਓ, ਉਹਨੂੰ ਉਸ ਵੇਲੇ ਯਾਦ ਨਹੀਂ। ਕਹਿੰਦੇ ਇਸੇ ਤਰ੍ਹਾਂ ਹੀ ਭਾਵੇਂ ਚੰਗਾ ਹੋਵੇ ਭਾਵੇਂ ਮਾੜਾ ਹੋਵੇ, ਕੁਛ ਵੀ ਹੋਵੇ ਦੁਨੀਆ ਦੇ ਵਿੱਚ, ਪਰ ਉਸ ਪ੍ਰਭੂ ਨੂੰ ਕਦੀ ਭੁੱਲਣਾ ਨਹੀਂ। ਇਸ ਤਰ੍ਹਾਂ ਯਾਦ ਰੱਖਣਾ ਹੈ ਜਿਸ ਤਰ੍ਹਾਂ ਉਹ ਜਿਹੜਾ ਖੰਜਰ ਵੱਜਿਆ ਛਾਤੀ, ਉਹਦੀ ਦਰਦ ਹੁੰਦੀ ਰਹਿੰਦੀ ਹੈ ਤੇ ਉਹ ਯਾਦ ਰਹਿੰਦੀ ਹੈ ਨਾ, ਸਾਡਾ ਧਿਆਨ ਨਹੀਂ ਜਾਣ ਦਿੰਦੀ ਕਿਸੇ ਪਾਸੇ। ਇਸੇ ਤਰ੍ਹਾਂ ਦੀ ਇਹ ਦਰਦ ਵੀ ਕਿ ਪ੍ਰਭੂ ਨੂੰ ਵਿਛੜਨ ਦੀ ਜਿਹੜੀ ਹੈ ਸਾਡੀ, ਉਹ ਯਾਦ ਰਹੇਗੀ, ਫਿਰ ਸਾਡੇ ਕੋਲ ਕੋਈ ਐਸਾ ਕਰਮ ਨਹੀਂ ਹੋਏਗਾ। ਹਾਂਜੀ ਅੱਗੇ ਬੇਟਾ। ਐਸੀ ਲਗਨ ਗੁਰੂ ਸੰਗ ਜਾਂ ਕੀ ਵੈ ਗੁਰਮੁਖ ਪਰਮਾਰਥ ਪਾਤ ਜਬ ਲਾਗ ਗੁਰ ਪਿਆਰੇ ਨਹੀਂ ਐਸੇ ਤਬ ਲਾਗ ਹਿਰਸੀ ਜਾਨੋ ਜਾਤ ਪੂਰਾ ਕਰ ਦੇ। ਮਨ ਮੁਖ ਫਿਰੇ ਕਿਸੀ ਕਾ ਨਾਹੀ ਕਹੋ ਕਿਉ ਕਰ ਪਰਮਾਰਥ ਪਾਤ ਰਾਧਾ ਸੁਆਮੀ ਕਹਿਤ ਸੁਣਾਈ ਅਬ ਸਤ ਗੁਰ ਕਾ ਪਕੜੋ ਹਾਥ। ਹੁਣ ਆਉਂਦੇ ਨੇ ਕਿ ਜਿਸ ਤਰ੍ਹਾਂ ਪਹਿਲਾਂ ਉਹਨਾਂ ਨੇ ਕਿਹਾ ਕਿ ਉਹ ਚੀਜ਼ਾਂ ਦੱਸੀਆਂ ਕਿ ਕਿਸ ਤਰ੍ਹਾਂ ਦਾ ਪਿਆਰ ਦੀ ਪਹਿਲਾਂ ਪਰਿਭਾਸ਼ਾ ਦੱਸੀ ਹੈ। ਪਹਿਲਾਂ ਉਹਨੇ ਫਰਮਾਇਆ ਸੀ ਕਿ ਬਚਨ ਗੁਰੂ ਕੇ ਪਿਆਰੇ ਐਸੇ ਜਸ ਮਾਤਾ ਸਤ ਤੋਤਰੀ ਬਾਤ। ਫਿਰ ਕੀ ਕਿਹਾ ਕਿ ਜਸ ਕਾਮੀ ਕੋ ਕਾਮਨ ਪਿਆਰੀ ਅਸ ਗੁਰਮੁਖ ਕੋ ਗੁਰੂ ਕਾ ਗਾਤ। ਇਹ ਸਾਰੀਆਂ ਰਹਿਣੀਆਂ ਦੱਸੀਆਂ ਕਿ ਕਿਸ ਤਰ੍ਹਾਂ ਦਾ ਪਿਆਰ ਗੁਰੂ ਦੇ ਨਾਲ, ਜਿੱਦਾਂ ਦਾ ਅਸੀਂ ਸੰਸਾਰ 'ਚ ਵੀ ਕਰਦੇ ਹਾਂ ਇੱਕ ਦੂਜੇ, ਜਿਸ ਤਰ੍ਹਾਂ ਹੀ ਅਸੀਂ ਚਾਹੁੰਦੇ ਹਾਂ ਸਾਨੂੰ ਇਸ ਤਰ੍ਹਾਂ ਕੋਈ ਪਿਆਰ ਕਰੇ, ਕਹਿੰਦੇ ਇਸ ਤਰ੍ਹਾਂ ਹੀ ਗੁਰੂ ਦੇ ਨਾਲ ਵੀ ਤੁਸੀਂ ਇੰਨਾ ਪਿਆਰ ਵੀ ਇੰਨਾ ਵੀ ਕਰੋ, ਉਹ ਵੀ ਮਨਜ਼ੂਰ ਹੈ। ਫਿਰ ਅੱਗੇ ਹੁਣ ਫਰਮਾ ਰਹੇ ਨੇ ਕਿ ਐਸੀ ਲਗਨ ਗੁਰੂ ਸੰਗ ਜਾ ਕੀ ਵਹਿ ਗੁਰਮੁਖ ਪਰਮਾਰਥ ਪਾਤ। ਕਹਿੰਦੇ ਜਿਹਦੀ ਲਗਨ ਇੰਨੀ ਵੀ ਗੁਰੂ ਨਾਲ ਲੱਗ ਗਈ, ਜਿਸ ਤਰ੍ਹਾਂ ਅਸੀਂ ਸੰਸਾਰੀ ਰਿਸ਼ਤਿਆਂ 'ਚ ਵੱਜੇ ਹਾਂ, ਬਾਕੀ ਚੀਜ਼ਾਂ, ਜੇ ਇੰਨਾ ਗੁਰੂ ਦੇ ਨਾਲ ਵੀ ਸਾਡਾ ਲਗਨ ਲੱਗ ਗਈ, ਇੰਨਾ ਗੁਰੂ ਦੇ ਨਾਲ ਸਾਡਾ ਪਿਆਰ ਬਣ ਗਿਆ, ਤੇ ਕਹਿੰਦੇ ਐਸੀ ਲਗਨ ਗੁਰੂ ਸੰਗ ਜਾ ਕੀ ਵਹਿ ਗੁਰਮੁਖ ਪਰਮਾਰਥ ਪਾਤ। ਕਹਿੰਦੇ ਉਹ ਪਰਮਾਰਥ ਦੇ ਵਿੱਚ ਚੱਲੇਗਾ, ਉਹਨੂੰ ਪਰਮਾਰਥ ਮਿਲੇਗਾ। ਪਰ ਜਦੋਂ ਤੱਕ ਪਿਆਰ ਨਹੀਂ ਹੈਗਾ ਮਨ ਦੇ ਵਿੱਚ, ਸਾਡਾ ਕੋਈ ਨਾਤਾ ਹੀ ਨਹੀਂ ਹੈਗਾ, ਪਿੱਛੋਂ ਭਾਵੇਂ 440 ਵੋਲਟ ਆ ਰਹੇ ਹੁਣ, ਅੱਗੇ ਫਿਊਜ਼ ਉੱਡਾ ਪਿਆ ਹੈ ਤੇ ਅੱਗੇ ਕੀ ਲਾਈਟ ਜਾਏਗੀ ਅੱਗੇ। ਇੰਨਾ ਕੁ ਵੀ ਜਿਹੜਾ ਗੈਪ ਹੁੰਦਾ, ਫਿਊਜ਼ ਉੱਡਾ ਹੁੰਦਾ, ਸਿਰਫ ਇੰਨਾ ਕੁ ਗੈਪ ਵੀ ਜਿਹੜਾ ਬਿਜਲੀ ਨੂੰ ਅੱਗੇ ਨਹੀਂ ਜਾਣ ਦਿੰਦਾ। ਇਸ ਕਰਕੇ ਕੋਈ ਇਹਦਾ ਕੋਈ ਮਤਲਬ ਨਹੀਂ ਕਿ ਅਸੀਂ ਕਿੱਥੇ ਰਹਿੰਦੇ ਪਏ ਹਾਂ, ਅਸੀਂ ਕੀ ਕਰਦੇ ਪਏ ਹਾਂ, ਅਸੀਂ ਸਾਰਾ ਦਿਨ ਕਿੰਨੀ ਕੁ ਭੱਜ ਦੌੜ ਕੀਤੀ ਆ, ਕੋਈ ਫਰਕ ਨਹੀਂ ਉਹਦਾ। ਜੇ ਪ੍ਰੇਮ ਨਹੀਂ ਹੈਗਾ ਫਿਰ ਕੋਈ ਮਤਲਬ ਨਹੀਂ ਉਸ ਚੀਜ਼ ਦਾ। ਇਸ ਕਰਕੇ ਕਿਹਾ ਕਿ ਐਸੀ ਲਗਨ ਗੁਰੂ ਸੰਗ ਜਾ ਕੀ ਵਹਿ ਗੁਰਮੁਖ ਪਰਮਾਰਥ ਪਾਤ ਜਬ ਲਗ ਗੁਰੂ ਪਿਆਰੇ ਨਹੀਂ ਐਸੇ। ਹੁਣ ਚੇਤਾਵਨੀ ਦੇ ਰਹੇ ਨੇ ਨਾਲ, ਦੱਸ ਵੀ ਕਲੀਅਰ ਕਰ ਰਹੇ ਨੇ ਨਾਲ,
ਕਿਉਂਕਿ ਅਸੀਂ ਕਈ ਵਾਰੀ ਕਰਦੇ ਹਾਂ, ਰੋਸੇ ਕਰਦੇ ਹਾਂ ਕਈ ਗੱਲਾਂ ਦੇ। ਕਲੀਅਰ ਕਰ ਦਿੱਤਾ, ਕਹਿੰਦੇ ਜਬ ਲਗ ਗੁਰੂ ਪਿਆਰੇ ਨਹੀਂ ਐਸੇ ਤਬ ਲਗ ਹਿਰਸੀ ਜਾਨੋ ਜਾਤ। ਕਹਿੰਦੇ ਫਿਰ ਹਿਰਸ ਨਹੀਂ ਖਤਮ ਹੋਣੀ, ਫਿਰ ਤ੍ਰਿਸ਼ਨਾ ਨਹੀਂ ਖਤਮ ਹੋਣੀਆਂ, ਫਿਰ ਇਹਨੂੰ ਸੁੱਖ ਨਹੀਂ ਮਿਲਣਾ, ਸ਼ਾਂਤੀ ਨਹੀਂ ਆਉਣੀ। ਜਬ ਲਗ ਗੁਰੂ ਪਿਆਰੇ ਨਹੀਂ ਐਸੇ। ਅਸੀਂ ਕਹਿੰਦੇ ਹਾਂ, ਕਈ ਵਾਰੀ ਅਸੀਂ ਕਹਿ ਦਿੰਦੇ ਹਾਂ, ਉਹ ਨਹੀਂ ਜੀ ਜਿੰਨਾ ਗੁਰੂ ਨਾਲ ਪਿਆਰ ਓਨਾ ਕਿਸੇ ਨਾਲ ਨਹੀਂ। ਜੋ ਜਿੱਥੇ ਗੁਰੂ ਦੀ ਗੱਲ ਆ ਜਾਏ ਮੈਂ ਨਹੀਂ ਕਿਸੇ ਦੀ ਸੁਣਦਾ। ਪਰ ਇਹਨੂੰ ਅੰਦਰ ਦੇਖਣਾ ਹੈ ਕਿ ਵਾਕਈ ਗੁਰੂ ਨੇ ਸਾਡੇ ਕੋਲੋਂ ਕੀ ਅਜੇ ਤੱਕ ਮੰਗਿਆ, ਕਿਹੜੀ ਚੀਜ਼ ਉਹਨੇ ਮੰਗੀ ਹੈ। ਅਸੀਂ ਗੱਲਾਂ ਨਾਲ ਥੋੜਾ, ਇਸ ਤਰ੍ਹਾਂ ਸਵੇਰੇ ਵੀ ਉਹ ਸ਼ਬਦ ਲੱਗਾ ਕਿ ਲੋਗਨ ਰਾਮ ਖਿਲੌਣਾ ਜਾਣਾ। ਜਦੋਂ ਦਿਲ ਕੀਤਾ ਉਹ ਮਤਲਬ ਕਰ ਲਿਆ, ਜਦੋਂ ਦਿਲ ਇੱਧਰ ਕੀਤਾ ਉਧਰ ਕਰ ਲਿਆ, ਇਸ ਤਰ੍ਹਾਂ ਨਹੀਂ। ਜੋ ਪ੍ਰਭੂ ਦਾ ਹੁਕਮ ਹੈ 24 ਘੰਟੇ ਉਹਦੇ ਵਿੱਚ ਪਤਾ ਹੈ, ਸਾਨੂੰ ਕਿਹੜਾ ਨਹੀਂ ਪਤਾ। ਪਰ ਜਦੋਂ ਮਨ ਕਹਿੰਦਾ ਹੈ ਨਾ ਕੁਛ ਨਾ ਕੁਛ, ਉਦੋਂ ਨਹੀਂ ਕੁਛ ਯਾਦ ਰਹਿੰਦਾ, ਭਾਵੇਂ ਸਭ ਕੁਝ ਪਤਾ ਹੋਵੇ। ਜਦੋਂ ਮਨ ਦੇ ਨੇੜੇ ਚੜ੍ਹਦਾ ਉਦੋਂ ਫਿਰ ਇਹ ਕਹਿੰਦਾ ਕਿ ਪ੍ਰਭੂ ਵੀ ਪਾਸੇ ਜੀ, ਮੈਂ ਪਹਿਲਾਂ ਨਜਿੱਠ ਲਵਾਂ, ਪਹਿਲਾਂ ਕਰ ਲਵਾਂ, ਫਿਰ ਵੇਖਾਂਗਾ ਪ੍ਰਭੂ ਨੂੰ। ਪਰ ਨਹੀਂ ਬਈ, ਉਹਦੀ ਐਸੀ ਜਗ੍ਹਾ ਹੈ, ਉਹ ਨਹੀਂ ਕਹਿੰਦੇ ਅਲੀ ਦਾ ਪਹਿਲਾ ਨੰਬਰ ਉਹਦਾ ਹੈ, ਬਾਕੀ ਸਾਰੀਆਂ ਚੀਜ਼ਾਂ ਬਾਅਦ ਦੇ ਵਿੱਚ। ਉਸ ਤੋਂ ਬਾਅਦ ਜੇ ਇੰਨਾ ਪਿਆਰ ਬਣ ਗਿਆ, ਫਿਰ ਉਹ ਕਹਿੰਦੇ ਨੇ ਕਿ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਏਗੀ। ਅੱਗੇ ਉਹਨਾਂ ਨੇ ਫਰਮਾ ਦਿੱਤਾ ਕਿ ਮਨਮੁਖ ਫਿਰੇ ਕਿਸੇ ਕਾ ਨਾਹੀਂ ਕਹੋ ਕਿਉਂ ਕਰ ਪਰਮਾਰਥ ਪਾਕ। ਮਨਮੁਖ ਤੇ ਗੁਰਮੁਖ ਦੋ ਰਹਿਣੀਆਂ ਹੁੰਦੀਆਂ ਨੇ ਪਰਮਾਰਥ। ਮਨਮੁਖ ਜਿਹੜੇ ਮਨ ਦੇ ਕਹੇ ਚੱਲ, ਸੁਣਦਾ ਸਭ ਦੀ ਹੈ, ਗੁਰੂ ਦੀ ਵੀ ਸੁਣਦਾ ਹੈ, ਸਤਸੰਗ ਵੀ ਸੁਣਦਾ ਹੈ, ਕੀਰਤਨ ਵੀ ਕਰਦਾ ਹੈ, ਸਤਸੰਗ ਵੀ ਆਪ ਵੀ ਕਰਦਾ, ਦੱਸਦਾ ਵੀ ਹੈ ਲੋਕਾਂ ਨੂੰ ਕਿ ਇੱਦਾਂ ਕਰਨਾ ਹੈ, ਉੱਦਾਂ ਕਰਨਾ ਹੈ, ਆਹ ਗੱਲ ਚੰਗੀ ਹੈ, ਆਹ ਗੱਲ ਮਾੜੀ ਹੈ। ਪਰ ਜਦੋਂ ਮੰਨਣ ਦੀ ਵਾਰੀ ਆਉਣੀ ਹੈ ਉਦੋਂ ਕੁਛ ਨਹੀਂ। ਉਹ ਕੀ ਹੈ? ਮਨਮੁਖ। ਗੁਰਮੁਖ ਕਿਹੜਾ ਹੈ? ਸਥਿਤੀ ਦਾ ਨਹੀਂ, ਜਦੋਂ ਮਰਜ਼ੀ ਹੋਵੇ। ਅੰਬ ਦਾ ਪੇੜ ਆ, ਅਮਰੂਦ ਦਾ ਪੇੜ ਆ, ਕਿਸੇ ਦਾ ਵੀ, ਉਹਨੂੰ ਵੱਢ ਦੋ, ਹਾਂ 2 ਵਾਰੀ ਵੱਢੋ, 4 ਵਾਰੀ ਵੱਢੋ, ਪਰ ਜਦੋਂ ਵੀ ਪੁੰਗਰੇਗਾ, ਕੋਈ ਇਹ ਨਹੀਂ ਕਿ ਬਾਅਦ ਦੇ ਵਿੱਚ ਅਮਰੂਦ ਦੇ ਦਰਖਤ ਤੇ ਹੋਰ ਕੁਝ ਕੰਡੇ ਲੱਗਣੇ ਸ਼ੁਰੂ ਹੋ ਜਾਣਗੇ, ਕੰਡੇ ਦਊਗਾ ਤੂੰ ਤੇ ਮੈਨੂੰ ਵੱਢਿਆ ਹੈ। ਅਮਰੂਦ ਨੇ ਅਮਰੂਦ ਹੀ ਦੇਣਾ ਹੈ, ਅੰਬ ਨੇ ਅੰਬ ਹੀ ਦੇਣੇ, ਜਿਹਦੀ ਉਹਦੀ ਹੈਗੀ ਹੈ। ਜੇ ਸਾਡੇ ਅੰਦਰ ਪਿਆਰ ਹੋਏਗਾ, ਅਸੀਂ ਕਹਿ ਦਿੰਦੇ ਹਾਂ ਕਿ ਫਲਾਣੇ ਨੇ ਸਾਡੇ ਨਾਲ ਮਾੜਾ ਕੀਤਾ, ਮੈਂ ਤੇ ਡਬਲ ਮਾੜਾ ਕਰੂੰ ਇਹਦੇ ਨਾਲ। ਇਹ ਉਹ ਅਵਸਥਾ ਨਹੀਂ ਹੈਗੀ। ਇਹ ਜੇ ਸਾਡੇ ਅੰਦਰ ਉਹ ਚੀਜ਼, ਗੁਰੂ ਵਾਲੇ ਗੁਣ ਆ ਗਏ, ਤੇ ਫਿਰ ਅਸੀਂ ਸ਼ਾਂਤ, ਫਿਰ ਅਸੀਂ ਕਰਾਂਗੇ ਕਿ ਨਹੀਂ ਬਈ। ਪਰ ਜਦੋਂ ਤੱਕ ਨਹੀਂ ਹੈ ਉਦੋਂ ਤੱਕ ਤੇ ਫਿਰ ਇਹ ਚੱਲੇਗਾ ਇਸੇ ਤਰ੍ਹਾਂ। ਇਸ ਕਰਕੇ ਕਿਹਾ ਕਿ ਮਨਮੁਖ ਫਿਰੇ ਕਿਸੇ ਕਾ ਨਾਹੀਂ ਕਿਉਂ ਕਰ ਕਹੋ ਕਿਉਂ ਕਰ ਪਰਮਾਰਥ ਪਾਤ। ਕਹਿੰਦੇ ਮਨਮੁਖ ਤੇ ਸੰਸਾਰੀ ਤੌਰ ਤੇ ਵੀ ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਨਾ ਕਿ ਨਹੀਂ ਬਈ ਉਹ ਫਲਾਣਾ ਬੰਦਾ ਤੇ ਬੜਾ ਮਤਲਬੀ ਆ, ਉਹ ਤੇ ਮਤਲਬ ਨਾਲ ਹੀ ਯਾਦ ਕਰਦਾ ਵਾ, ਅਸੀਂ ਕਹਿੰਦੇ ਅਸੀਂ ਨਹੀਂ, ਅਸੀਂ ਉਹਦੇ ਨਾਲ ਮੂੰਹ ਲਾਉਣਾ ਛੱਡ ਦਿੱਤਾ। ਤੁਸੀਂ ਸਗੋਂ ਉਹ ਮਨਮੁਖ ਆ ਜਿਹੜਾ ਆਪਣੇ ਮਤਲਬ ਨੂੰ, ਉਹਨੂੰ ਅਸੀਂ ਸੰਸਾਰੀ ਲੋਕ ਪਸੰਦ ਨਹੀਂ ਕਰਦੇ, ਤੇ ਉਹ ਪਰਮਾਰਥ ਜਾਂ ਸਤਿਗੁਰੂ ਨੂੰ ਕਿੱਦਾਂ ਪਸੰਦ ਕਰਨਗੇ। ਇਸ ਕਰਕੇ ਕਿ ਮਨਮੁਖ ਫਿਰੇ ਕਿਸੇ ਕਾ ਨਾਹੀਂ ਕਹੋ ਕਿਉਂ ਕਰ ਪਰਮਾਰਥ। ਕਹਿੰਦੇ ਪਰਮਾਰਥ ਉਹਦੇ ਹਿੱਸੇ ਕਿਸ ਤਰ੍ਹਾਂ ਆਏਗਾ? ਪਰਮਾਰਥ ਤੇ ਬੜਾ ਉੱਚਾ ਸੁੱਚਾ ਹੈ। ਇਸ ਕਰਕੇ ਅੱਗੇ ਸਾਨੂੰ ਜੋ ਅੱਗੇ ਦੱਸਿਆ ਹੈ ਬੜਾ ਪਿਆਰਾ ਵਚਨ, ਕਹਿੰਦੇ ਰਾਧਾ ਸੁਆਮੀ ਕਹਿਤ ਸੁਣਾਈ ਅਬ ਸਤਿਗੁਰ ਕਾ ਪਕੜੋ ਹਾਥ। ਕਹਿੰਦੇ ਹੋ ਗਈ ਜੋ ਹੋ ਗਈ, ਲੰਘ ਗਿਆ ਸਮਾਂ, ਉਹ ਤੇ ਕਦੀ ਹੱਥ ਨਹੀਂ ਆਉਂਦਾ ਜਿਹੜਾ ਲੰਘ ਗਿਆ। ਕਹਿੰਦੇ ਅਬ ਸਤਿਗੁਰ ਕਾ ਪਕੜੋ ਹਾਥ, ਕਿ ਹੁਣ ਹੀ ਆਪਣੇ ਸਤਿਗੁਰ ਦਾ ਹੱਥ। ਸਤਿਗੁਰ ਦਾ ਹੱਥ ਪਕੜਨਾ ਕੀ ਹੈ? ਕੋਈ ਬਾਹਰੋਂ ਨਹੀਂ ਅਸੀਂ ਕੋਈ ਚੀਜ਼ ਨੂੰ ਜੱਫਾ ਮਾਰ ਲੈਣਾ। ਹੱਥ ਪਕੜਨਾ ਕੀ ਹੈ? ਉਹਨਾਂ ਦੇ ਬਚਨਾਂ ਤੇ ਚੱਲਣਾ ਹੈ, ਉਹਨਾਂ ਦੀ ਯਾਦਦਾਸ਼ਤ ਹਮੇਸ਼ਾ ਆਪਣੇ ਨਾਲ ਰੱਖਣੀ। ਕਹਿੰਦੇ ਕਿ ਆਪਣੇ ਸਤਿਗੁਰ ਦਾ ਹੱਥ ਅੱਜ ਤੋਂ ਫੜ ਲਈਏ। ਪਿੱਛੇ ਹੋ ਗਿਆ ਜੋ ਕਹਿੰਦੇ ਬੀਤ ਚੁੱਕਿਆ, ਉਹ ਤੇ ਕਦੀ ਵਾਪਸ ਨਹੀਂ ਆਉਣਾ। ਅੱਜ ਤੋਂ ਪ੍ਰਣ ਕਰੀਏ ਕਿ ਨਹੀਂ ਵੀ ਅਸੀਂ ਆਪਣੇ ਸਤਿਗੁਰਾਂ ਦੇ ਬਚਨਾਂ ਤੇ ਚੱਲਣਾ, ਅਸੀਂ ਕਿਸੇ ਦਾ ਮਾੜਾ ਨਹੀਂ ਸੋਚਣਾ। ਹਰ ਘਟ ਦੇ ਵਿੱਚ ਸਤਿਗੁਰ ਵਸ ਰਹੇ ਨੇ, ਜਿੱਥੇ ਵੀ ਸਾਡੀ ਸੇਵਾ ਲੱਗਦੀ ਏ ਅਸੀਂ ਉਹਨੂੰ ਬਖੂਬੀ ਨਿਭਾਉਣਾ, ਫਿਰ ਤੇ ਹੈਗੀ ਇਹ ਸੇਵਾ। ਜੇ ਸ਼ਰਤਾਂ ਰੱਖਦਾ ਹੈ ਕਿ ਆਹ ਇਸ ਤਰ੍ਹਾਂ ਕਰੂੰ ਤੇ ਇਸ ਤਰ੍ਹਾਂ ਹੋਣਾ ਚਾਹੀਦਾ, ਆਹ ਕਰੂੰ ਤੇ ਇਸ ਤਰ੍ਹਾਂ ਹੋਣਾ ਚਾਹੀਦਾ, ਫਿਰ ਸੇਵਾ ਕਦੀ ਰਹਿ ਗਈ, ਫਿਰ ਤੇ ਇਹ ਵਪਾਰ ਇਹਨੇ ਕਰ ਲਿਆ, ਸੇਵਾ ਨਹੀਂ ਕਰ। ਤੇ ਸਤਿਗੁਰ ਦਇਆ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਮਨਜ਼ੂਰ ਕਰਨ, ਸਭ ਨੂੰ ਸੁੱਖ ਸ਼ਾਂਤੀ ਬਖਸ਼ਣ, ਤੰਦਰੁਸਤੀਆਂ ਬਖਸ਼ਣ, ਕਿਰਪਾ ਕਰਨ, ਸਾਨੂੰ ਸੱਚਾ ਪ੍ਰੇਮ ਬਖਸ਼ਣ। ਜੋ ਅੱਜ ਦਾ ਸਤਸੰਗ ਦਾ ਜੋ ਮੇਨ ਸੀ ਕਿ ਪ੍ਰੇਮੀ ਸੁਣੋ ਪ੍ਰੇਮ ਕੀ ਬਾਤ, ਉਸ ਪ੍ਰੇਮ ਦੀ ਜਿਹੜੀ ਗੱਲ ਕਰ ਰਹੇ ਨੇ ਸਾਡੀ ਸਮਝ 'ਚ ਆ ਜਾਵੇ, ਸਾਡੀਆਂ ਝੋਲੀਆਂ ਉਸ ਪ੍ਰੇਮ ਨਾਲ ਭਰ ਦੇਣ, ਬਸ ਸਭ ਕੁਛ ਹੀ ਸਾਨੂੰ ਆ ਗਿਆ। ਰਾਧਾ ਸੁਆਮੀ ਜੀ, ਰਾਧਾ।